स्वागत। देश विदेश में बैठे सारे दर्शकों का बहुत बहुत स्वागत करते हैं उन्होंने अपने प्रोग्राम गल्लां ते गीत दे विच। मैं अमेगा, मैं हाँ शुक्रगुजार सिंह जी। दोस्तों तुहाडा अपना प्रोग्राम गल्लां ते गीत जिस विच असीं हर रोज़ को जुड़ते हाँ कुछ ऐसियां गल्लां लैके जो साडे समाज दे नाल जुड़ियां हुंदियां ने, साडे नाल जुड़ियां हुंदियां ने। ते मेगा मैं किते पढ़ रहा सी ते उत्थे लिखिया सी कि इंडिया एक ऐसा देश है जिथे लगभग एक हफ्ते दे विच 10.5 घंटे किताबां पढ़ियां जांदियां ने। ते नाल दे नाल 2019 का एक सर्वे होया जिथे ये भी कहा गया कि 71% ਦੇ ਤਕਰੀਬਨ डिजिटल किताबां खरीदियां गईयां ਅਤੇ 29% ਦੇ ਤਕਰੀਬਨ जो जिलत रूपी किताबां ने वो इंडिया ਦੇ ਵਿੱਚ ਖਰੀਦੀਆਂ ਗਈਆਂ। ਇਸ ਦਾ ਮਤਲਬ ਇਹ ਹੈ कि ਸਾਡੇ ਭਾਰਤ ਦੇ ਲੋਕ किस तरह किताबां ਦੇ ਨਾਲ ਮੋਹ ਰੱਖਦੇ ਨੇ, किस तरह ਇਹ ਰਿਸ਼ਤਾ ਰੱਖਦੇ ਨੇ ਕਿਤਾਬਾਂ ਦੇ ਨਾਲ ਜੋ ਸਾਨੂੰ ਵਧੀਆ ਸਮਾਜ ਸਿਰਜਣ ਵਿੱਚ ਪੂਰੀ ਤਰ੍ਹਾਂ ਸਹਾਈ ਹੁੰਦੀਆਂ। ਬਿਲਕੁਲ। ਤੇ ਦੇਖਿਆ ਵੀ ਹੈ ਨਾ ਕਿ ਸਾਡੇ ਵਿੱਚ ਬਹੁਤ ਸਾਰੇ ਲੋਕ ਕਿਤਾਬਾਂ ਨੂੰ ਬਹੁਤ ਪਿਆਰ ਕਰਦੇ ਨੇ ਤੇ ਆਪਣੇ ਕੋਲ ਹਰ ਵੇਲੇ ਕੋਈ ਨਾ ਕੋਈ ਕਿਤਾਬ ਰੱਖਦੇ ਨੇ ਤੇ ਜਦੋਂ ਵੀ ਸਮਾਂ ਮਿਲਦਾ ਹੈ ਉਹ ਕਿਤਾਬ ਪੜ੍ਹਦੇ ਨੇ ਕਿਉਂਕਿ ਕਿਤਾਬ ਕਹਿੰਦੇ ਨਾ ਕਿਤਾਬ ਪੜ੍ਹਨ ਦੇ ਨਾਲ ਜਿਹੜਾ ਗਿਆਨ ਹਾਸਿਲ ਹੁੰਦਾ ਤੇ ਗਿਆਨ इंसान का तीसरा नेत्र है तो तीसरा नेत्र जो खुलता है तो दुनिया दी बहुत सारिया सच्चाइयां पता लगदियां, इंसान अपने आप नूं जानदा, समाज नूं जानदा है ते हर चीज़ तो जानू होंदा। बिल्कुल जी। मैं कुछ पढ़ना चाहुंदा हां जी। विशा विश्वास दा होवे, विशा एहसास दा होवे, चल तू किताब बन जा। जिंदगी नूं जिंदगी नाल जोड़दी है किताब, भटके नूं रस्ते ते मोड़दी है किताब। बिल्कुल। तू पढ़न दा जरा हौसला तां रख ऐ दिला, फिर की होया जे किसी होर दी है किताब। बहुत खूब। बहुत किताब तो साडी जिंदगी नूं एक नवा राह दे दिंदी है, जिंदगी नूं दसदी है कि असीं किस तरह चलना है। तो अज गल्लां ते गीत विच भी असीं यही गल्लां बातां करनियां ने कि किताब ते किताब दी महानता साडे जीवन विच किस तरह किताब साडे जीवन नूं मोड़ सकदी है, किस तरह दी महत्ता रखदी है, की है महानता किताब दी। इस विषय के उत्ते गलबात करनगे डॉक्टर सुखदेव सिंह जी जो कि उचेचे तौर तो अमृतसर गुरु नानक देव यूनीवर्सिटी तो साडे विच पहुंचे ने, जो बतौर प्रोफैसर सेवावां निभा रहे हैं गुरु नानक देव यूनीवर्सिटी विखे। इंडियन नैशनल ट्रस्ट फॉर आर्ट एंड कल्चरल हैरीटेज दी गवर्निंग बॉडी के मैंबर ने, पंजाब स्टेट कन्वीनर ने। बहुत बहुत स्वागत करते हैं सर तुहाडा। किताबां दी महानता इस खास विषय ते अज असीं गलबात कर रहे हैं। किताबां दी महानता नूं जीवन संदर्भ दे विच तुसीं किवें लैंदे हो? किताबां नूं जे असीं डिफाइन करिए, किताबां दी अगर व्याख्या करिए जां किताबां नूं समझण दा ਅਸੀਂ ਯਤਨ ਕਰੀਏ ਕਿ ਕਿਤਾਬ ਹੁੰਦੀ ਕੀ ਹੈ ਤੇ ਉਹਦੇ ਦੋ ਤਰ੍ਹਾਂ ਅਸੀਂ ਉਹਨੂੰ ਵੇਖ ਸਕਦੇ ਹਾਂ। ਇੱਕ ਤੇ ਹੁੰਦਾ ਵੀ ਜਿਵੇਂ ਜਿਲਦ ਬੰਨੀ ਹੋਈ ਤੇ ਕੁਝ ਕਾਗਜ਼ ਇਕੱਠੇ ਕੀਤੇ ਹੋਏ ਉਹਨਾਂ ਦੇ ਉੱਤੇ ਕੁਝ ਲਿਖਿਆ ਹੋਇਆ ਜੀ, ਇਹ ਉਹਦੀ ਇੱਕ ਫਿਜ਼ੀਕਲ ਫਾਰਮ ਹੈ। ਦੂਸਰਾ ਹੈ ਕਿ ਕਿਤਾਬ ਦੇ ਵਿੱਚ ਹੁੰਦਾ ਕੀ ਹੈ, ਉਹ ਉਸ ਤੋਂ ਵੀ ਜ਼ਿਆਦਾ ਅਹਿਮੀਅਤ ਵਾਲਾ ਹੈਗਾ। ਉਹਦੇ ਵਿੱਚ ਕਿਤਾਬ ਦੇ ਵਿੱਚ ਜਿਹੜਾ ਇੱਕ ਵਿਚਾਰ ਤੇ ਵਿਚਾਰਧਾਰਾ ਦੋਨਾਂ ਨੂੰ ਇੱਕ ਵਿਉਂਤਬੱਧ ਤਰੀਕੇ ਦੇ ਨਾਲ ਇੱਕ ਨਿਬੰਧ ਦੀ ਸ਼ਕਲ ਦੇ ਵਿੱਚ ਪੇਸ਼ ਕੀਤਾ ਹੁੰਦਾ, ਜਿਹੜਾ ਕਿ ਆਮ ਜੀਵਨ ਦੇ ਵਿੱਚ ਜਦੋਂ ਅਸੀਂ ਸੋਚਦੇ ਹਾਂ ਤੇ ਉੱਥੇ ਸੰਭਵ ਨਹੀਂ ਹੁੰਦਾ ਜੀ। ਕਿਉਂਕਿ ਜਦੋਂ ਅਸੀਂ ਸਿੱਧੇ ਤੌਰ ਤੇ ਜਿਵੇਂ ਹੁਣ ਅਸੀਂ ਲਾਈਵ ਪ੍ਰੋਗਰਾਮ ਕਰ ਰਹੇ ਹਾਂ, ਹੁਣ ਅਸੀਂ ਜੋ ਵੀ ਗੱਲ ਕਹਿ ਦਿੱਤੀ ਹੈ ਜਾਂ ਜੋ ਅਸੀਂ ਸੋਚ ਰਹੇ ਹਾਂ ਉਹੀ ਹੈ। ਇਹਨੂੰ ਅਸੀਂ ਦੁਬਾਰਾ ਸੋਚ ਕੇ ਦਰੁਸਤ ਨਹੀਂ ਕਰ ਸਕਦੇ ਜੋ ਗੱਲ ਉਸ ਟਾਈਮ ਕਹੀ ਗਈ। ਕਿਤਾਬ ਦੇ ਵਿੱਚ ਕਈ ਵਾਰੀ ਦਰੁਸਤ ਜਿਹੜੀਆਂ ਗੱਲਾਂ ਕੀਤੀਆਂ ਹੁੰਦੀਆਂ ਨੇ ਉਹਨੂੰ ਦੁਬਾਰਾ ਫਿਰ ਠੀਕ ਤਰੀਕੇ ਨਾਲ ਕੀਤਾ ਗਿਆ ਹੁੰਦਾ, ਸੋ ਉਹ ਜ਼ਿਆਦਾ ਵਿਉਂਤਬੰਦ ਵਿਚਾਰ ਤੇ ਵਿਚਾਰਧਾਰਾ ਨੂੰ ਪੇਸ਼ ਕਰਦਾ। ਇਸ ਕਰਕੇ ਸਾਨੂੰ ਇੱਕ ਤਰੀਕੇ ਨਾਲ ਸਾਰੀ ਬਹੁਤ ਲੰਬੀ ਕੋਸ਼ਿਸ਼ ਦਾ ਜਿਹੜਾ ਐਸੈਂਸ ਹੈ ਜਾਂ ਉਹ ਲੰਬੀ ਕੋਸ਼ਿਸ਼ ਦਾ ਜਿਹੜਾ ਇੱਕ ਸਾਨੂੰ ਇਹ ਕਹੀਏ ਵੀ ਉਹਦਾ ਇੱਕ ਨਿਚੋੜ ਹੈ ਉਹ ਪੇਸ਼ ਹੋ ਜਾਂਦਾ ਜੀ ਜੀ। ਸੋ ਇਸ ਕਰਕੇ ਕਿਤਾਬ ਜਿਹੜੀ ਆ ਉਹ ਬਹੁਤ ਹੀ ਅਮੀਰ ਸੋਮਾ ਹੁੰਦਾ ਜੀਵਨ ਨੂੰ ਦੇਖਣ ਦਾ, ਕਿਉਂਕਿ ਜਿਹੜੇ ਵੀ ਵਿਚਾਰ ਤੇ ਵਿਚਾਰਧਾਰਾਵਾਂ ਨੇ ਉਹਨਾਂ ਦੇ ਪਿਛੋਕੜ ਦੇ ਵਿੱਚ ਸਾਡਾ ਜੀਵਨ ਹੀ ਹੁੰਦਾ। ਮਤਲਬ ਜੋ ਵੀ ਅਸੀਂ ਵਿਚਾਰ ਬਣਾਉਂਦੇ ਆ ਜਾਂ ਜੋ ਸਾਡੀ ਵਿਚਾਰਧਾਰਾ ਬਣਦੀ ਹੈ ਉਹਦੇ ਵਿੱਚ ਪਿੱਛੇ ਸਾਡਾ ਇੱਕ ਜੀਵਨ ਜਿਹੜਾ ਉਹ ਰੈਫਰੈਂਸ ਹੁੰਦਾ, ਜੀਵਨ ਜਿਹੜਾ ਉਹ ਪਿਛੋਕੜ ਹੁੰਦਾ, ਉਹ ਜੀਵਨ ਤੋਂ ਹੀ ਗੱਲਾਂ ਲਈਆਂ ਹੁੰਦੀਆਂ ਨੇ ਜੀ ਜੀ। ਸਾਡੇ ਜੇ ਅਸੀਂ ਫਿਲਾਸਫੀ ਦੀ ਗੱਲ ਕਰੀਏ ਤੇ ਉਹਦੇ ਵਿੱਚ ਦੋ ਤਰੀਕੇ ਹੁੰਦੇ ਨੇ ਸੰਸਾਰ ਨੂੰ ਸਮਝਣ ਦੇ। ਇੱਕ ਤਾਂ ਇਹ ਸੀ ਵੀ ਵਿਚਾਰ ਜਿਹੜੇ ਨੇ ਉਹ ਬਣੇ ਬਣਾਈ ਹੁੰਦੇ ਨੇ, ਵਿਚਾਰ ਪਹਿਲਾਂ ਹੀ ਹੁੰਦੇ ਨੇ। ਬਿਲਕੁਲ। ਦੂਸਰਾ ਤਰੀਕਾ ਇਹ ਹੈ ਕਿ ਵੀ ਵਿਚਾਰ ਜਿਹੜੇ ਨੇ ਉਹ ਪਹਿਲਾਂ ਕਿਸੇ ਇੱਕ ਇੰਪ੍ਰੈਸ਼ਨ ਦਾ ਸਿੱਟਾ ਹੁੰਦੇ ਨੇ। ਮਤਲਬ ਜਿਵੇਂ ਮੰਨ ਲਓ ਅਸੀਂ ਕਹੀਏ ਵੀ ਇੱਕ ਕੋਈ ਅਸੀਂ ਲੋਹਾ ਉਹਨੂੰ ਬਹੁਤ ਗਰਮ ਕਰ ਲਿਆ ਤੇ ਸਾਡਾ ਅਗਰ ਉੱਥੇ ਹੱਥ ਲੱਗ ਜਾਂਦਾ ਤੇ ਪਹਿਲਾਂ ਸਾਡਾ ਇੰਪ੍ਰੈਸ਼ਨ ਬਣਦਾ ਜੀ ਜੀ ਕਿ ਇਹ ਤੋਂ ਦਰਦ ਹੋਇਆ।
ਉਸ ਤੋਂ ਬਾਅਦ ਫਿਰ ਜਦੋਂ ਅਸੀਂ ਇਸ ਚੀਜ਼ ਨੂੰ ਇਹ ਕਰ ਲਿਆ ਵੀ ਜਦੋਂ ਵੀ ਗਰਮ ਨੂੰ ਚੀਜ਼ ਨੂੰ ਹੱਥ ਲਾਵਾਂਗੇ ਬਹੁਤੀ ਨੂੰ ਤੇ ਸਾਨੂੰ ਦਰਦ ਹੋਏਗਾ ਜੀ, ਉਹ ਵਿਚਾਰ ਹੁੰਦਾ। ਬਿਲਕੁਲ। ਤੋ ਵਿਚਾਰ ਜਿਹੜੇ ਨੇ ਉਹ ਕਿਤਾਬਾਂ ਦੇ ਵਿੱਚ ਉਹ ਸ਼ਕਲ ਇਸ ਤਰੀਕੇ ਨਾਲ ਲੈਂਦੇ ਨੇ ਕਿ ਪਹਿਲਾਂ ਜਿਹੜਾ ਤਜਰਬਾ ਜੀਵਨ ਦੇ ਵਿੱਚ ਹੋਇਆ ਹੁੰਦਾ ਜੀ ਜੀ। ਸੋ ਜੀਵਨ ਤੇ ਕਿਤਾਬਾਂ ਦਾ ਜਿਹੜਾ ਬਹੁਤ ਹੀ ਗਹਿਰਾ ਤੇ ਅਨਿਖੜਵਾਂ ਜਿਹੜਾ ਇਹਨਾਂ ਦਾ ਸੰਬੰਧ ਹੈ ਜੀ ਜੀ। ਕਿਤਾਬਾਂ ਦੇ ਵਿੱਚ ਅਸੀਂ ਜੀਵਨ ਦੇਖ ਸਕਦੇ ਹਾਂ ਤੇ ਜੀਵਨ ਜਿਹੜੀਆਂ ਨੇ ਉਹ ਕਿਤਾਬਾਂ ਨੂੰ ਸ਼ਕਲ ਦਿੰਦੇ ਨੇ। ਬਿਲਕੁਲ ਜੀ, ਬਿਲਕੁਲ। ਇਹ ਜਿਸ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਮੈਂ ਗੱਲ ਕਰਦਾ, ਜੇ ਪੁਰਾਣੇ ਸਮਿਆਂ ਦੇ ਵਿੱਚ ਸਾਰੇ ਪਰਿਵਾਰ ਬੈਠਦੇ ਹੁੰਦੇ ਸਨ, ਬਾਤਾਂ ਪਾਈਆਂ ਜਾਂਦੀਆਂ ਸਨ, ਬੁਝਾਰਤਾਂ ਹੁੰਦੀਆਂ ਸਨ, ਕਹਾਵਤਾਂ ਹੁੰਦੀਆਂ ਸਨ, ਉਹ ਵੀ ਕਿਤਾਬਾਂ ਦਾ ਰੂਪ ਸੀ ਤੇ ਉਸ ਰੂਪ ਦੇ ਰਾਹੀਂ ਅਸੀਂ ਸੱਭਿਆਚਾਰ ਦੇ ਨਾਲ ਜੁੜਦੇ ਸਾਂ, ਆਪਣੇ ਸਮਾਜ ਦੇ ਨਾਲ ਜੁੜਦੇ ਸਾਂ। ਜੇ ਪੁਰਾਣੇ ਦੌਰ ਦੀ ਗੱਲ ਕਰਾਂ ਤੇ ਅਜੋਕੇ ਦੌਰ ਦੀ ਗੱਲ ਕਰਾਂ, ਅੱਜ ਦੀ ਗੱਲ ਕਰਾਂ, ਤੇ ਇਹਨਾਂ ਦੋਵਾਂ ਸਮਿਆਂ ਨੂੰ ਲੈ ਕੇ ਤੁਸੀਂ ਕਿਤਾਬਾਂ ਦੇ ਨਾਲ ਇੱਕ ਇਨਸਾਨੀ ਰਿਸ਼ਤਾ ਕਿਸ ਤਰ੍ਹਾਂ ਜੋੜਦੇ ਹੋ, ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਜਿਹੜਾ ਮਨੁੱਖੀ ਸਿਵਲਾਈਜੇਸ਼ਨ ਹੈ ਇਹਦੇ ਵਿੱਚ ਕਿਤਾਬ ਦਾ ਹੋਣਾ ਇੱਕ ਤਰ੍ਹਾਂ ਦਾ ਇਨਕਲਾਬ ਸੀ ਜੀ, ਕਿਉਂਕਿ ਉਸ ਤੋਂ ਪਹਿਲਾਂ ਜਿਹਨੂੰ ਅਸੀਂ ਕਹਿੰਦੇ ਆ ਜ਼ਬਾਨੀ ਜਿਹੜੀ ਕਥਾ ਦਾ ਤਰੀਕਾ ਸੀ, ਜਿਹਨੂੰ ਓਰਲ ਟ੍ਰੈਡੀਸ਼ਨ ਕਹਿੰਦੇ ਆ ਜੀ ਜੀ। ਇੱਕ ਬੰਦੇ ਨੇ ਗੱਲ ਕਹੀ, ਦੂਜੇ ਨੇ ਸੁਣੀ, ਉਹਨੇ ਫਿਰ ਅੱਗੇ ਸੁਣਾਈ, ਫਿਰ ਤੀਜੇ ਨੇ ਸੁਣੀ, ਫਿਰ ਉਸ ਤੋਂ ਅੱਗੇ ਸੁਣਾਈ। ਤੋ ਇਸ ਤਰ੍ਹਾਂ ਜਿਹੜੀ ਆ ਇੱਕ ਜਾਣਕਾਰੀ ਟਰੈਵਲ ਕਰਦੀ ਸੀ। ਉਹ ਹੁਣ ਵੀ ਨਾਲੇ ਨਾਲ ਚੱਲਦਾ, ਅਜੇ ਵੀ ਉਹ ਗੱਲ ਚੱਲਦੀ ਹੈ। ਪਰ ਦੂਸਰਾ ਤਰੀਕਾ ਜਦੋਂ ਕਿਤਾਬ ਦੀ ਸ਼ਕਲ ਬਣੀ ਹੋਈ, ਕਿਤਾਬ ਉਦੋਂ ਆਈ। ਕਿਤਾਬ ਅਸਲ ਦੇ ਵਿੱਚ ਲਿਖਤ ਰੂਪ ਹੈ, ਲਿਖਤੀ ਰੂਪ ਹੈ। ਜਿਹੜੀ ਜ਼ਬਾਨੀ ਗੱਲ ਕਰਨੇ ਆ ਉਹਦਾ ਲਿਖਤੀ ਰੂਪ ਕਿਤਾਬ ਹੈ। ਤੇ ਜਦੋਂ ਅਸੀਂ ਲਿਖਣਾ ਸਿੱਖ ਲਿਆ ਤੇ ਫਿਰ ਕਿਤਾਬਾਂ ਦੇ ਵਿੱਚ ਉਹਨਾਂ ਨੂੰ ਅਸੀਂ ਲਿਖਤ ਰੂਪ ਦੇ ਵਿੱਚ ਰੱਖ ਦਿੱਤਾ। ਹੁਣ ਉਹ ਜਿਹੜੀ ਜਾਣਕਾਰੀ ਹੈ ਉਹਨੂੰ ਸੰਭਾਲਿਆ ਜਾ ਸਕਦਾ ਸੀ। ਉਹ ਇਹ ਨਹੀਂ ਹੈ ਕਿ ਵੀ ਜੇ ਹੁਣ ਗੱਲ ਇੱਕ ਬੰਦੇ ਦੇ ਵਿਚਾਰ ਆਏ ਤੇ ਉਹਨੇ ਉਦੋਂ ਦੱਸੇ ਤੇ ਦੱਸੇ, ਨਹੀਂ ਤਾਂ ਉਹ ਖਤਮ। ਕਿਤਾਬ ਦੇ ਵਿੱਚ ਜੇ ਉਹਨੇ ਲਿਖ ਦਿੱਤੇ, ਹੋ ਸਕਦਾ ਕਈ ਸਦੀਆਂ ਬਾਅਦ ਕੋਈ ਬੰਦਾ ਜਿਹੜਾ ਉਹਨੂੰ ਪੜ੍ਹ ਲੈਂਦਾ। ਜਿਵੇਂ ਅੱਜ ਵੀ ਅਸੀਂ ਸਾਡੇ ਸਾਹਮਣੇ ਹੈ, ਜੇ ਪਾਣਨੀ ਦੀ ਵਿਆਕਰਣ ਹੈ ਉਹ ਅੱਜ ਵੀ ਪੜ੍ਹ ਕੇ ਉਹਨੂੰ ਦੁਬਾਰਾ ਤੋਂ ਉਸ ਨੂੰ ਵਿਚਾਰਿਆ ਜਾ ਸਕਦਾ। ਇਸੇ ਤਰ੍ਹਾਂ ਹੀ ਅਰਿਸਟੋਟਲ ਦੀਆਂ ਗ੍ਰੀਕ ਟ੍ਰੈਡੀਸ਼ਨ ਦੇ ਵਿੱਚ ਰਾਈਟਿੰਗਸ ਨੇ ਜਿਨ੍ਹਾਂ ਨੂੰ ਅੱਜ ਵੀ ਉਹਨਾਂ ਦਾ ਜਿਹੜਾ ਹਵਾਲਾ ਦਿੱਤਾ ਜਾਂਦਾ। ਤੋਂ ਅਸੀਂ ਇੱਕ ਇਹ ਦੇਖ ਸਕਦੇ ਹਾਂ ਵੀ ਗਿਆਨ ਜਿਹੜਾ ਹੈ ਇੱਕ ਸਥਾਨ ਤੋਂ ਦੂਸਰੇ ਸਥਾਨ ਤੱਕ ਔਰ ਇੱਕ ਸਮੇਂ ਤੋਂ ਦੂਸਰੇ ਸਮੇਂ ਤੱਕ ਕਿਵੇਂ ਜਿਹੜਾ ਅੱਗੇ ਟਰੈਵਲ ਕਰ ਰਿਹਾ। ਇਹ ਨਹੀਂ ਹੈ ਕਿ ਵੀ ਜੇ ਅੱਜ ਮੈਂ ਇੱਕ ਗੱਲ ਕਰ ਰਿਹਾ ਤੇ ਉਹ ਕੋਈ ਮੈਨੂੰ ਰਾਤ ਨੂੰ ਸੁਪਨਾ ਆਇਆ ਜਾਂ ਮੈਂ ਐਵੇਂ ਮੈਨੂੰ ਕੋਈ ਇੱਕ ਰੱਬੀ ਕੋਈ ਆਵਾਜ਼ ਆ ਗਈ ਹੈ ਤੇ ਮੈਂ ਇਹ ਗੱਲ ਕਹਿ ਰਿਹਾ। ਗਿਆਨ ਦਾ ਵੀ ਇੱਕ ਇਤਿਹਾਸ ਹੁੰਦਾ ਜਿਹਨੂੰ ਕਿਤਾਬਾਂ ਜਿਹੜੀਆਂ ਨੇ ਉਹ ਬਹੁਤ ਬਖੂਬੀ ਦੇ ਨਾਲ ਸੰਭਾਲ ਕੇ ਰੱਖਦੀਆਂ ਨੇ। ਕਿਤਾਬਾਂ ਇਸ ਕਰਕੇ ਜਿਹੜਾ ਸਾਡਾ ਇਤਿਹਾਸ ਦਾ ਔਰ ਗਿਆਨ ਦਾ ਜ਼ਖੀਰਾ ਹੈ। ਬਿਲਕੁਲ ਬਿਲਕੁਲ ਠੀਕ ਗੱਲ ਹੈ। ਤੇ ਕਿਤਾਬਾਂ ਦੀ ਜੇ ਅਸੀਂ ਗੱਲ ਕਰ ਰਹੇ ਹਾਂ ਨਾ, ਕਿਤਾਬਾਂ ਬਹੁਤ ਮਹਾਨ ਹੈ ਨਾ, ਕਿਤਾਬਾਂ ਦੀ ਮਹਾਨਤਾ ਦੀ ਅਸੀਂ ਗੱਲ ਕਰ ਰਹੇ ਹਾਂ। ਕਿਤਾਬਾਂ ਮਨੁੱਖੀ ਜੀਵਨ ਨੂੰ ਬਦਲਣ ਦੇ ਵਿੱਚ, ਉਹਦੇ ਵਿਹਾਰ ਨੂੰ ਬਦਲਣ ਲਈ ਤੇ ਉਹਦੇ ਕਿਰਦਾਰ ਨੂੰ ਬਦਲਣ ਦੇ ਵਿੱਚ ਕਿਵੇਂ ਸਹਾਈ ਹੋ ਸਕਦੀਆਂ ਨੇ? ਜੀ ਸੀ, ਕਿਤਾਬਾਂ ਜਿਵੇਂ ਮੈਂ ਪਹਿਲਾਂ ਕਿਹਾ ਵੀ ਕਿਤਾਬਾਂ ਜੀਵਨ ਤੋਂ ਹੀ ਇੱਕ ਸ਼ਕਲ ਲੈਂਦੀਆਂ ਨੇ। ਜੀਵਨ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਸੋਚ ਕੇ, ਸਮਝ ਕੇ, ਵਿਚਾਰ ਕੇ, ਉਹਨਾਂ ਦੇ ਫਾਇਦੇ ਨੁਕਸਾਨ ਜਾਂ ਉਸ ਤੋਂ ਇਲਾਵਾ ਜਿਹੜੀਆਂ ਨੇ ਇੱਕ ਹੋਰ ਗਿਆਨ ਇਮੈਜਿਨਰੀ ਆਪਾਂ ਕਰਕੇ ਵੀ ਜੇ ਗੱਲ ਜਿਹੜੀ ਹੈ ਇਸ ਤਰੀਕੇ ਨਾਲ ਹੋ ਜਾਵੇ ਤੇ ਫਿਰ ਕੀ ਤਬਦੀਲੀ ਆਏਗੀ, ਉਹ ਕਿਤਾਬਾਂ ਦੇ ਵਿੱਚ ਹੁੰਦਾ। ਤੋ ਕਿਤਾਬਾਂ ਦੇ ਵਿੱਚੋਂ ਕਈ ਵਾਰੀ ਅਸੀਂ ਜਿਹੜੀਆਂ ਅਗਲੀਆਂ ਚੀਜ਼ਾਂ ਨੇ, ਜਿਹੜੀਆਂ ਭਵਿੱਖ ਦੀਆਂ ਚੀਜ਼ਾਂ ਨੇ, ਜਾਂ ਜਿਹਨੂੰ ਅਸੀਂ ਕਹਿੰਦੇ ਆ ਵੀ ਇਹ ਕੰਮ ਦੇ ਢੰਗ ਨੂੰ ਬਦਲ ਕੇ ਅਗਰ ਦੇਖ ਲਈਏ, ਜਾਂ ਮੈਂ ਇਹਨੂੰ ਇੱਕ ਸ਼ਬਦ ਦੇ ਵਿੱਚ ਕਹਾਂ ਜਿਹਨੂੰ ਅਸੀਂ ਇਮੈਜਿਨਰੀ, ਮਤਲਬ ਜ਼ਿੰਦਗੀ ਦੋ ਤਰੀਕੇ ਦੀ ਹੈ। ਇੱਕ ਹੈਗੀ ਆ ਜਿਹੜੀ ਅਸਲੀ ਜ਼ਿੰਦਗੀ ਅਸੀਂ ਜੀ ਰਹੇ ਹਾਂ, ਬਿਲਕੁਲ ਅਸਲ ਦੇ ਵਿੱਚ ਜੀ ਰਹੇ ਹਾਂ। ਦੂਸਰੀ ਹੈ ਜਿਹਨੂੰ ਅਸੀਂ ਇਮੈਜਿਨ ਕਰਦੇ ਹਾਂ, ਜਿਹਦਾ ਅਸੀਂ ਸਿਰਫ ਖਿਆਲ ਕਰਦੇ ਹਾਂ। ਉਹ ਜਿਹੜਾ ਖਿਆਲ ਹੈ ਉਹ ਵੀ ਕਿਤਾਬ ਦੇ ਵਿੱਚ ਜਦੋਂ ਆ ਜਾਂਦਾ ਤੇ ਫਿਰ ਜਦੋਂ ਕੋਈ ਬੰਦਾ ਉਸ ਖਿਆਲ ਨੂੰ ਜ਼ਿੰਦਗੀ ਦੇ ਵਿੱਚ ਆਪਣੇ ਰੱਖ ਕੇ ਜੀਵਨ ਜਿਉਣ ਦੀ ਕੋਸ਼ਿਸ਼ ਕਰਦਾ ਹੈ ਤੇ ਉਹ ਭਵਿੱਖ ਨਵਾਂ ਬਣਦਾ ਉਹਦੇ ਨਾਲ। ਜਿਵੇਂ ਅਸੀਂ ਦੇਖੀਏ ਵੀ ਜੇ ਪਹਿਲਾਂ ਸਾਡੇ ਕੋਲ ਮਨਾਰਕੀ ਸੀ, ਇੱਕ ਰਾਜੇ ਦਾ ਰਾਜ ਹੁੰਦਾ ਸੀਗਾ, ਤੇ ਫਿਰ ਡੈਮੋਕ੍ਰੇਸੀ ਦੀਆਂ ਸਾਡੇ ਕੋਲ ਆਈਆਂ, ਅਰਿਸਟੋਟਲ ਜਾਂ ਹੋਰ ਥਿੰਕਰਸ ਨੇ ਉਹਨਾਂ ਨੇ ਦਿੱਤਾ। ਉਹ ਉਸ ਟਾਈਮ ਤੇ ਖਿਆਲ ਸੀ, ਪਰ ਜਦੋਂ ਉਹਨੂੰ ਫਿਰ ਜ਼ਿੰਦਗੀ 'ਚ ਲੋਕਾਂ ਨੇ ਅਪਣਾਇਆ, ਸਾਡੇ ਸਾਹਮਣੇ ਉਹ ਅਸਲੀਅਤ ਬਣ ਗਈਆਂ। ਇਸੇ ਤਰ੍ਹਾਂ ਹੀ ਕਾਰਲ ਮਾਰਕਸ ਨੇ ਦਾਸ ਕੈਪੀਟਲ ਲਿਖੀ, ਉਹਨੇ ਇੱਕ ਹੋਰ ਸੰਸਾਰ ਦਾ ਜਿਹੜਾ ਖਿਆਲ ਪ੍ਰਗਟ ਕੀਤਾ, ਇੱਕ ਹੋਰ ਤਰ੍ਹਾਂ ਦੀ ਰਾਜ ਸੱਤਾ ਦਾ ਪ੍ਰਗਟਾਵਾ ਕੀਤਾ। ਉਹਦਾ ਵੀ ਫਿਰ ਸਾਡੇ ਸਾਹਮਣੇ ਇਹ ਪੇਸ਼ ਹੋਇਆ ਵੀ ਕੁਝ ਮੁਲਕਾਂ ਦੇ ਵਿੱਚ ਉਸ ਤਰੀਕੇ ਨਾਲ
ਰਾਜ ਦਾ ਇੱਕ ਤਰੀਕਾ ਆਇਆ ਜੀ। ਸੋ ਇਸ ਤਰੀਕੇ ਨਾਲ ਜਿਹੜਾ ਮਨੁੱਖੀ ਜਿਹੜੀ ਸਿਵਲਾਈਜੇਸ਼ਨ ਹੈ ਜੀ। ਉਹ ਅੱਗੇ ਇਸ ਤਰੀਕੇ ਨਾਲ ਹੀ ਵੱਧਦੀ ਹੈ। ਤਾਂ ਕਿਤਾਬਾਂ ਦੇ ਵਿੱਚੋਂ ਸਾਨੂੰ ਦੋ ਤਰ੍ਹਾਂ ਦਾ, ਦੋ ਸ਼ਕਲ ਦੇ ਵਿੱਚ ਜੀਵਨ ਮਿਲਦਾ। ਇੱਕ ਜਿਹੜਾ ਅਸੀਂ ਖਿਆਲ ਬਣਾਉਂਦੇ ਆ, ਔਰ ਦੂਸਰਾ ਜਿਹੜਾ ਅਸਲ ਰੂਪ ਹੁੰਦਾ। ਜੀ। ਗੁਰਬਾਣੀ ਕਹਿੰਦੀ ਹੈ ਕਿ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜਿਉਂ ਕਰੇ ਹਾਜ਼ਰ ਹਜ਼ੂਰ ਖੁਦਾਏ, ਹੈ ਨਾ ਜੀ। ਤੇ ਗਿਆਨ ਤੇ ਸਾਨੂੰ ਦੱਸਦਾ ਹੈ ਜ਼ਿੰਦਗੀ ਦੇ ਰਾਹ ਦੇ ਉੱਤੇ ਚੱਲਣਾ। ਗਿਆਨ ਤਾਂ ਸਾਨੂੰ ਕਹਿੰਦਾ ਹੈ ਕਿ ਅਸੀਂ ਬਹਿਸਬਾਜ਼ੀ ਦੇ ਵਿੱਚ ਨਹੀਂ ਪੈਣਾ, ਬਲਕਿ ਇੱਕ ਸਾਖਰਤਾ ਦੇ ਨਾਲ, ਸਹਿਜਤਾ ਦੇ ਨਾਲ ਆਪਣੀ ਜ਼ਿੰਦਗੀ ਨੂੰ ਬਤੀਤ ਕਰਨਾ ਹੈ। ਕਿਤਾਬਾਂ ਅਸੀਂ ਪੜ੍ਹਦੇ ਹਾਂ, ਕਿਤਾਬਾਂ ਦੇ ਉੱਤੇ ਜਾਂ ਕਿਤਾਬਾਂ ਦੇ ਵਿੱਚ ਜੋ ਲਿਖਤਾਂ ਨੇ ਉਹਨਾਂ ਦੇ ਉਪਦੇਸ਼ਾਂ ਨੂੰ, ਉਹਨਾਂ ਦੇ ਉਦੇਸ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਧਾਰਨਾ ਕਿੰਨਾ ਕੁ ਜ਼ਰੂਰੀ ਹੈ? ਜੀ ਦੇਖੋ, ਇਹ ਤਾਂ ਜਿਹੜੀਆਂ ਵੀ ਗੱਲਾਂ ਹੁੰਦੀਆਂ ਨੇ ਕਿਤਾਬਾਂ ਦੇ ਵਿੱਚ ਹੋਣ, ਜਾਂ ਕਈ ਵਾਰੀ ਜ਼ੁਬਾਨੀ ਵੀ ਗੱਲਾਂ ਕਈਆਂ ਹੁੰਦੀਆਂ ਨੇ, ਕਿਤਾਬਾਂ ਦਾ ਜ਼ਿਆਦਾ ਇਸ ਕਰਕੇ ਪ੍ਰਭਾਵ ਪੈਂਦਾ ਕਿਉਂਕਿ ਕਿਤਾਬ ਨੂੰ ਬੰਦਾ ਬਾਰ-ਬਾਰ ਪੜ੍ਹ ਸਕਦਾ, ਔਰ ਜੇ ਗੱਲ ਉਹਦੇ ਹੁਣ ਫੇਰ ਕੋਈ ਉਲਝਣ ਰਹਿ ਗਈ ਹੈ, ਦੁਬਾਰਾ ਫੇਰ ਕਿਤਾਬ ਨੂੰ ਪੜ੍ਹ ਸਕਦਾ ਔਰ ਉਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਸਕਦਾ। ਜਿਹੜੀ ਇੱਕ ਬੰਦੇ ਦੇ ਨਾਲ ਜਿਹੜਾ ਡਾਇਲੌਗ ਆ ਉਹਦੇ ਵਿੱਚ ਇਹ ਸੰਭਵ ਨਹੀਂ ਹੁੰਦਾ। ਤਾਂ ਕਿਤਾਬ ਦੇ ਵਿੱਚ ਜੋ ਗਿਆਨ ਹੈ, ਜੇ ਅਸੀਂ ਉਹਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਵਾਂਗੇ ਤਾਂ ਹੀ ਅਸੀਂ ਕਿਤਾਬ ਪੜ੍ਹੀ ਹੈ, ਵਰਨਾ ਅਸੀਂ ਕਿਤਾਬ ਨਹੀਂ ਪੜ੍ਹੀ, ਅਸੀਂ ਸਿਰਫ ਕਿਤਾਬ ਨੂੰ ਦੇਖਿਆ। ਕਿਤਾਬ ਨੂੰ ਪੜ੍ਹਨ ਦਾ ਮਤਲਬ ਇਹ ਹੈ ਕਿ ਕਿਤਾਬ ਦੇ ਵਿੱਚ ਜਿਹੜਾ ਵਿਚਾਰ ਹੈ ਜਾਂ ਜਿਹੜੀ ਵਿਚਾਰਧਾਰਾ ਉਹ ਸਾਡੇ ਵਿਚਾਰ ਤੇ ਵਿਚਾਰਧਾਰਾ ਦੇ ਨਾਲ ਇੱਕ ਡਾਇਲੌਗ ਕ੍ਰੀਏਟ ਕਰੇ, ਉਹਦੇ ਨਾਲ ਜਿਹੜਾ ਅਸੀਂ ਸੋਚ ਵਿਚਾਰ ਕਰੀਏ, ਔਰ ਉਸ ਤੋਂ ਬਾਅਦ ਉਹਦਾ ਕੁਝ ਹਿੱਸਾ ਜਿਹੜਾ ਵੀ ਸਾਡੀ ਜ਼ਿੰਦਗੀ ਦੇ ਵਿੱਚ ਲਗਾਇਆ ਜਾ ਸਕਦਾ ਉਹਨੂੰ ਅਸੀਂ ਅਪਣਾਈਏ। ਵਰਨਾ ਅਸੀਂ ਕਿਤਾਬ ਸਿਰਫ ਦੇਖੀ ਹੈ, ਉਹਦਾ ਟਾਈਟਲ ਵੇਖ ਲਿਆ, ਉਹਦੀ ਉੱਪਰਲਾ ਹਿੱਸਾ ਵੇਖ ਲਿਆ, ਵਿੱਚੋਂ ਵਰਕੇ ਦੇਖ ਲਏ ਨੇ, ਕਿਤਾਬ ਅਸੀਂ ਪੜ੍ਹੀ ਨਹੀਂ ਅਸਲ ਦੇ ਵਿੱਚ। ਸੋ ਕਿਤਾਬ ਦਾ ਗਿਆਨ ਜਿਹੜਾ ਉਹਨੂੰ ਜ਼ਿੰਦਗੀ ਦੇ ਵਿੱਚ ਲੈ ਕੇ ਆਉਣਾ, ਉਹਨਾਂ ਦੇ ਵਿਚਾਰਾਂ ਨੂੰ ਜ਼ਿੰਦਗੀ 'ਚ ਲੈ ਕੇ ਆਉਣਾ ਬਹੁਤ ਹੀ ਜ਼ਰੂਰੀ ਹੈ। ਜੀ ਬਿਲਕੁਲ ਠੀਕ ਗੱਲ ਹੈ। ਸਮਾਂ ਹੁਣ ਬਦਲ ਰਿਹਾ, ਟੈਕਨੋਲੋਜੀ ਦਾ ਸਮਾਂ ਹੈ, ਸਾਡੇ ਸਭ ਕੋਲ ਹੁਣ ਮੋਬਾਈਲ ਨੇ, ਲੈਪਟਾਪਸ ਵੀ ਨੇ, ਤੇ ਉੱਥੇ ਅਸੀਂ PDF ਫਾਈਲਸ ਵੀ ਡਾਊਨਲੋਡ ਕਰਦੇ ਹਾਂ ਨਾ, ਡਿਜੀਟਲ ਰੂਪ ਇਹਨੂੰ ਜੇ ਅਸੀਂ ਕਹਿ ਦਈਏ। ਤੇ ਇਹ ਬਦਲਦਾ ਕਲਚਰ ਜਿਹੜਾ ਹੈ ਉਹ ਕਿਵੇਂ ਸਹਾਈ ਹੈ? ਦੇਖੋ, ਇਹ ਹੈ ਕਿ ਇਹਨੂੰ ਦੇਖਣ ਦੇ ਦੋ ਤਰੀਕੇ ਨੇ। ਇੱਕ ਤਾਂ ਇਹ ਹੈ ਵੀ ਅਸੀਂ ਇੱਥੇ ਨਿਰਾਸ਼ ਹੋ ਜਾਵਾਂਗੇ ਕਿ ਵੀ ਜਿਹੜੀਆਂ ਕਿਤਾਬਾਂ, ਜਿਲਦ ਰੂਪੀ ਕਿਤਾਬਾਂ, ਜਿਵੇਂ ਮੈਂ ਪਹਿਲਾਂ ਕਿਹਾ ਸੀ ਵੀ ਉਹ ਖਤਮ ਹੋ ਰਹੀਆਂ ਨੇ। ਉਹ ਇੱਕ ਮਸਲਾ ਜਿਹੜਾ ਆਪਣੇ ਆਪ ਵਿੱਚ ਸੰਜੀਦਾ ਮਸਲਾ ਹੈ, ਕਿਉਂਕਿ ਉਹਦੇ ਵਿੱਚ ਇਕੱਲਾ ਇਹ ਨਹੀਂ ਕਿ ਕਿਤਾਬ ਹੈ, ਉਹਦੇ 'ਚ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਸਕਿੱਲਸ ਨੇ, ਉਹ ਬਹੁਤ ਸਾਰੇ ਲੋਕਾਂ ਦਾ ਜਿਹੜਾ ਜੀਵਨ ਹੈ, ਰੁਜ਼ਗਾਰ ਹੈ, ਉਹ ਸਾਰਾ ਜੁੜਿਆ ਹੋਇਆ ਉਹਦੇ ਨਾਲ। ਕਿਉਂਕਿ ਕਿਤਾਬ ਦੀ ਜਿਹੜੀ ਪ੍ਰਿੰਟ ਹੋਣਾ, ਉਹਦੇ 'ਚ ਪ੍ਰਿੰਟਿੰਗ ਮਸ਼ੀਨ ਦਾ ਰੋਲ ਹੈ। ਜਾਂ ਪਹਿਲਾਂ ਉਸ ਤੋਂ ਕਿਤਾਬਾਂ ਹੱਥ ਨਾਲ ਹੀ ਲਿਖੀਆਂ ਜਾਂਦੀਆਂ ਸੀ, ਜਿਹੜੇ ਹੱਥ ਲਿਖਤ ਵਾਲੇ ਬੰਦੇ ਸੀ ਟ੍ਰੇਨਿੰਗ ਲਿਆ, ਉਹ ਉਹਨਾਂ ਦਾ ਰੋਲ ਹੁੰਦਾ ਸੀਗਾ। ਤਾਂ ਉਸ ਤੋਂ ਇਲਾਵਾ ਸਾਡੇ ਕੋਲ ਕੁਝ ਲਾਇਬ੍ਰੇਰੀਜ਼ ਜਿਵੇਂ ਬਣੀਆਂ ਹੋਈਆਂ ਨੇ ਉਹਨਾਂ ਦਾ ਮਸਲਾ ਹੈਗਾ। ਉਸ ਤੋਂ ਇਲਾਵਾ ਜਿਹੜੀ ਕਿਤਾਬ ਹੈ ਜਿਲਦ ਰੂਪੀ, ਉਹਦੇ ਨਾਲ ਸਾਡਾ ਜਿਹੜਾ ਪੜ੍ਹਨ ਦਾ ਤੇ ਉਹਦੇ ਨਾਲ ਜਿਹੜਾ ਸਾਡਾ ਇੱਕ ਰਿਸ਼ਤਾ ਬਣਦਾ, ਉਹ ਜ਼ਿਆਦਾ ਡੀਪ ਤੇ ਗੂੜਾ ਹੁੰਦਾ। ਪਰ ਉਹਦੇ ਨਾਲ ਹੀ ਅਸੀਂ ਅਗਰ ਦੂਜੇ ਦੇਖੀਏ ਵੀ ਸਾਡੇ ਕੋਲ ਹੁਣ ਡਿਜੀਟਲ ਮੋਡ ਆ ਗਿਆ, ਇਹ ਦੂਜਾ ਤਰੀਕਾ ਵੀ ਮੇਰੇ ਕੋਲ ਹੁਣ ਕਿਤਾਬਾਂ ਜਿਹੜੀਆਂ ਨੇ, ਮੈਂ ਜਿੱਥੇ ਵੀ ਹਾਂ ਉੱਥੇ ਹੀ ਮੇਰੇ ਕੋਲ ਲਾਇਬ੍ਰੇਰੀ ਹੈ। ਮਤਲਬ ਮੈਨੂੰ ਇਹ ਨਹੀਂ ਹੈ ਕਿ ਵੀ ਮੈਂ ਇੱਕ ਜਲੰਧਰ ਦੀ ਜਿਹੜੀ ਲਾਇਬ੍ਰੇਰੀ ਆ ਉੱਥੇ ਜਾਵਾਂਗਾ ਤੇ ਫਿਰ ਹੀ ਮੈਂ ਕਿਤਾਬ ਨੂੰ ਐਕਸੈਸ ਕਰਾਂਗਾ। ਮੈਂ ਅਗਰ ਗੱਡੀ ਦੇ ਵਿੱਚ ਸਫ਼ਰ ਕਰ ਰਿਹਾ ਜਾਂ ਮੈਂ ਆਪਣੇ ਕਿਸੇ ਪਿੰਡ ਵਿੱਚ ਬੈਠਾ ਤੇ ਮੇਰੇ ਕੋਲ ਉੱਥੇ ਡਿਜੀਟਲ ਲਾਇਬ੍ਰੇਰੀ ਹੈ। ਸੋ ਇਹ ਦੂਜਾ ਤਰੀਕਾ ਉਹਨੂੰ ਦੇਖਣ ਦਾ ਕਿ ਇਹ ਇੱਕ ਅੱਛੀ ਚੀਜ਼ ਹੈ। ਮਤਲਬ ਇਹਦੀ ਸ਼ਕਲ ਬਦਲ ਗਈ ਹੈ, ਪਰ ਕਿਤਾਬ ਜਿਹੜੀ ਹੈ, ਕਿਤਾਬ ਉੱਥੇ ਹੀ ਹੈ। ਬਿਲਕੁਲ, ਮਤਲਬ ਇਹ ਨਹੀਂ ਹੈ ਕਿ ਕਿਤਾਬ ਖਤਮ ਹੋ ਗਈ ਹੈ, ਕਿਤਾਬ ਦੀ ਸ਼ਕਲ ਬਦਲ ਗਈ ਹੈ, ਕਿਤਾਬ ਜਿਉਂਦੀ ਹੈ, ਕਿਤਾਬ ਜਿਹੜੀ ਹੈ ਉੱਥੇ ਦੀ ਉੱਥੇ ਹੀ ਹੈ। ਕਿਤਾਬ ਜਿਹੜੀ ਹੈ ਉਹ ਨਹੀਂ ਬਦਲੀ ਹੈਗੀ। ਕੀ ਬਾਤ ਹੈ ਜੀ। ਕਿਤਾਬ ਇਹਦਾ ਅਗਰ ਮਤਲਬ ਦੇਖੀਏ ਵੀ ਜਿਹੜੇ ਬੰਦਿਆਂ ਨੇ ਇਹ ਚੀਜ਼ਾਂ ਬਣਾਈਆਂ ਨੇ, ਜੇ ਡਿਜੀਟਲ ਮੋਡ ਦੀ ਗੱਲ ਕਰੇ, ਇੱਕ ਟਿਮ ਕੁਕ ਜਿਹੜੇ CEO ਨੇ ਐਪਲ ਦੇ, ਉਹਨਾਂ ਦਾ ਜਿਹੜਾ ਆਪਣਾ ਜਿਹੜਾ ਇੱਕ ਕੰਮ ਕਰਨ ਦਾ ਤਰੀਕਾ ਹੈ, ਉਹਨਾਂ ਦੇ ਆਪਣੇ ਰੈਫਰੈਂਸ ਦੇ ਮੁਤਾਬਕ ਉਹ ਇੱਕ ਕਿਤਾਬ ਦੇ ਨਾਲ ਬਦਲਿਆ। ਇੱਕ ਜਾਰਜ ਸਟਾਕ ਦੀ ਕਿਤਾਬ ਸੀ, ਫਾਈਟਿੰਗ ਅਗੇਂਸਟ ਟਾਈਮ। ਤਾਂ ਉਹਦੇ ਤੋਂ ਉਹਨਾਂ ਨੇ ਸਿੱਖਿਆ ਕਿ ਟਾਈਮ ਦੀ ਜਿਹੜੀ ਮੈਨੇਜਮੈਂਟ ਹੈ
ਉਹ ਕਿਸ ਤਰੀਕੇ ਨਾਲ ਕੀਤੀ ਜਾ ਸਕਦੀ ਹੈ, ਔਰ ਉਹਨਾਂ ਨੇ ਉਸ ਕੰਪਨੀ ਨੂੰ ਇੰਪਲੀਮੈਂਟ ਕੀਤਾ। ਔਰ ਉਹ ਕਿਤਾਬਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਦੀਆਂ ਜਿਹੜੀਆਂ ਕਾਪੀਆਂ ਨੇ ਉਹ ਉਹਨਾਂ ਨੇ ਵੰਡੀਆਂ ਵੀ ਆਪਣੇ ਮੁਲਾਜ਼ਮਾਂ ਨੂੰ ਜੀ। ਸੋ ਜਦੋਂ ਅਸੀਂ ਦੇਖਦੇ ਹਾਂ ਵੀ ਐਪਲ ਜਾਂ ਹੋਰ ਜਿਹੜੀ ਇਸ ਕਿਸਮ ਦੀਆਂ ਚੀਜ਼ਾਂ ਨੇ, ਜਿਹੜਾ ਇਹਨਾਂ ਦੇ ਬੰਦੇ ਕੰਮ ਕਰਨ ਵਾਲੇ ਨੇ ਉਹ ਵੀ ਕਿਤਾਬਾਂ ਤੋਂ ਪ੍ਰਭਾਵਿਤ ਹੋ ਕੇ ਕਰ ਰਹੇ ਨੇ ਜੀ। तो इस करके किताबां दे महानता नूं असीं भली भांत जान सकते हैं जी। बिल्कुल जी, अपनी गलबात इसी तरह करते रहांगे प्रोग्राम गल्लां ते गीत दे विच। हुण देखदे हां ते सुणदे हां एक गीत। जट हिक दे जोर नाल गाउंदे कि बकरी पछाण रखदे 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 जट हिक दे जोर नाल गाउंदे कि बकरी पछाण रखदे रखदे बां कट के बोलियां पाउंदे कि बकरी पछाण रखदे जट हिक दे जोर नाल गाउंदे 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 लंडन अमरीका जाके वस गए कि अंबरां ते लाउंदे डारियां 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 सम दिल च पंजाब ओने रखिया कि अज भी नवाउंदे यारियां 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 ताइयों रांझे वाली पंजली बजाउंदे बकरी पछाण रखदे जट हिक दे जोर नाल गाउंदे जट हिक दे जोर नाल गाउंदे ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ। ਸਟੂਡੀਓ ਦੇ ਵਿੱਚ ਸਾਡੇ ਨਾਲ ਨੇ ਡਾਕਟਰ ਸੁਖਦੇਵ ਸਿੰਘ ਜੀ, ਪ੍ਰੋਫੈਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਤੇ ਕਿਤਾਬਾਂ ਦੀ ਮਹਾਨਤਾ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ ਜੀ। ਡਾਕਟਰ ਸਾਹਿਬ, ਮੈਨੂੰ ਯਾਦ ਆ ਰਿਹਾ ਹੈ ਕਿ ਭਾਰਤ ਦੇ ਮਰਹੂਮ ਰਾਸ਼ਟਰਪਤੀ ਮਾਨਯੋਗ ਡਾਕਟਰ ਅਬਦੁਲ ਕਲਾਮ ਜੀ ਕਿਹਾ ਕਰਦੇ ਸਨ ਕਿ 100 ਯਾਰ ਦੋਸਤ ਬਣਾਉਣ ਨਾਲੋਂ ਚੰਗਾ ਹੈ ਜੇ ਇੱਕ ਚੰਗੀ ਕਿਤਾਬ ਦੋਸਤ ਬਣ ਜਾਵੇ ਤਾਂ ਸਾਡਾ ਜੀਵਨ ਸਵਾਰ ਦਿੰਦੀ ਹੈ ਜੀ। ਇੰਨਾ ਕਿਤਾਬਾਂ ਦਾ ਪ੍ਰਭਾਵ ਸਾਡੇ ਉੱਤੇ ਪੈਂਦਾ ਹੈ ਕਿ ਅਸੀਂ ਜੇ ਭਟਕੇ ਹੋਏ ਹਾਂ
ਤੇ ਆਪਣੀ ਜ਼ਿੰਦਗੀ ਦੇ ਸਹੀ ਰਸਤੇ ਫੜ ਸਕਦੇ ਹਾਂ ਜੇ ਕਿਤਾਬਾਂ ਦੇ ਨਾਲ ਜੁੜੀਏ। ਤੁਸੀਂ ਇਸ ਵਿਚਾਰ ਨੂੰ ਕਿਵੇਂ ਲੈ ਕੇ ਚੱਲਦੇ ਹੋ? ਇਹ ਬਹੁਤ ਹੀ ਮਹਾਨ ਵਿਚਾਰ ਹੈ ਔਰ ਬਹੁਤ ਹੀ ਮਹੱਤਵਪੂਰਨ ਵਿਚਾਰ ਹੈ ਔਰ ਸੱਚਾਈ ਹੈ ਜੀ। ਦੇਖੋ, ਕਿਤਾਬਾਂ ਦੇ ਬਾਰੇ 'ਚ ਇੱਕ ਹੋਰ ਲੇਖਕ ਨੇ, ਮਾਰਕ ਟਵੇਨ ਉਹਨਾਂ ਦਾ ਨਾਮ ਸੀ, ਇੰਗਲਿਸ਼ ਦੇ ਰਾਈਟਰ ਨੇ ਜੀ। ਉਹ ਕਹਿੰਦੇ ਵੀ ਜਿਹੜਾ ਕਿਤਾਬ ਨਹੀਂ ਪੜ੍ਹਦਾ ਜੀ, ਉਹ ਉਹੋ ਜਿਹਾ ਹੀ ਹੈ ਜਿਹੜਾ ਕਿਤਾਬ ਪੜ੍ਹ ਨਹੀਂ ਸਕਦਾ। ਮਤਲਬ ਜੇ ਬੰਦਾ ਪੜ੍ਹਿਆ ਹੋਇਆ ਔਰ ਉਹ ਕਿਤਾਬ ਨਹੀਂ ਪੜ੍ਹਦਾ ਜੀ, ਤੇ ਉਹ ਉਸ ਬੰਦੇ ਵਰਗਾ ਹੀ ਹੈ ਜਿਹੜਾ ਕਿਤਾਬ ਪੜ੍ਹ ਹੀ ਨਹੀਂ ਸਕਦਾ, ਮਤਲਬ ਅਨਪੜ੍ਹ ਵਰਗਾ ਹੀ ਹੈ। ਬਿਲਕੁਲ ਬਿਲਕੁਲ। ਸੋ ਇਹ ਮਹੱਤਤਾ ਜਿਹੜੀ ਉਹਨਾਂ ਨੇ ਕਿਤਾਬਾਂ ਦੀ ਦਿਖਾਈ ਵੀ ਕਿਤਾਬ ਪੜ੍ਹਿਆ ਲਿਖਿਆ ਹੋਣ ਦਾ ਤਾਂ ਹੀ ਹੈ ਜੇ ਉਹ ਕਿਤਾਬਾਂ ਪੜ੍ਹੇ ਤਾਂ। ਜੀ ਜੀ ਜੀ, ਰਾਈਟ। ਉਹਨਾਂ ਨੇ ਇੱਕ ਜਿਹੜਾ ਨਾਤਾ ਜੋੜਿਆ ਤੇ ਇਹ ਕਿਤਾਬਾਂ ਦੀ ਜਿਹੜੀ ਮਹੱਤਤਾ ਹੈ ਉਹ ਇੰਨੀ ਅਸੀਂ ਇਸ ਨੂੰ ਸਮਝ ਸਕਦੇ ਹਾਂ। ਜਿਵੇਂ ਇੱਕ ਆਇਨਸਟਾਈਨ ਬਹੁਤ ਹੀ ਮਸ਼ਹੂਰ ਔਰ ਬਹੁਤ ਮਹੱਤਵਪੂਰਨ ਵਿਦਵਾਨ ਨੇ ਜੀ ਜੀ, ਸਾਡੀ ਇਸ 20ਵੀਂ ਸਦੀ ਦੇ, ਜਿਨ੍ਹਾਂ ਨੇ ਥਿਊਰੀ ਆਫ ਰਿਲੇਟਿਵਿਟੀ ਇੰਟਰੋਡਿਊਸ ਕੀਤੀ। ਬਿਲਕੁਲ। ਤੇ ਉਹ ਆਪਣਾ ਉਹਨਾਂ ਦਾ ਮੰਨਣਾ ਹੈ ਕਿ ਉਹਨਾਂ ਨੂੰ ਜਿਹੜਾ ਇਹ ਰਸਤਾ ਦਿਖਾਇਆ, ਮਤਲਬ ਉਹ ਉਸ ਟਾਈਮ ਦੇ ਉੱਤੇ ਕੋਸ਼ਿਸ਼ ਕਰ ਰਹੇ ਸੀ ਵੀ ਮੈਂ ਇਹ ਥਿਊਰੀ ਜਿਹੜੀ ਹੈ ਕਿਵੇਂ ਪੇਸ਼ ਕਰਾਂ। ਜੀ। ਔਰ ਉਹਨਾਂ ਦੇ ਨਾਲ ਹੋਰ ਵੀ ਕੁਝ ਲੋਕ ਸੀਗੇ ਜਿਹੜੇ ਹੋਰ ਵੀ ਇਸ ਦਾ ਵਿਚਾਰ ਨੂੰ ਬਣਾ ਰਹੇ ਸੀਗੇ। ਇਹ ਨਹੀਂ ਕਿ ਉਹ ਇਕੱਲਾ ਉਹਨਾਂ ਦਾ ਵਿਚਾਰ ਬਣ ਰਿਹਾ ਸੀ। ਥਿਊਰੀ ਆਫ ਰਿਲੇਟਿਵਿਟੀ ਆਫ ਟਾਈਮ, ਮਤਲਬ ਸਮੇਂ ਨੂੰ ਪਰਿਭਾਸ਼ਿਤ ਕਰਨਾ ਸੀ ਜੀ ਜੀ, ਕਿ ਸਮਾਂ ਜਿਹੜਾ ਇਹ ਕੀ ਹੈ। ਜਿਵੇਂ ਉਸ ਤੋਂ ਪਹਿਲਾਂ ਜਿਹੜਾ ਨਿਊਟਨ ਦਾ ਵਿਚਾਰ ਹੈ ਕਿ ਸਮਾਂ ਜਿਹੜਾ ਉਹ ਐਬਸੋਲਿਊਟ ਹੈ। ਸਮਾਂ ਜਿਹੜਾ ਆਪਣੇ ਆਪ ਵਿੱਚ ਹੀ ਹੈ, ਸਮਾਂ ਜਿਹੜਾ ਚੱਲੀ ਜਾਂਦਾ ਹੈ ਤੇ ਬੰਦਾ ਜਿਹੜਾ ਉਹਨੂੰ ਉਹਦਾ ਕੁਝ ਕਰਦਾ ਜਾਂ ਨਹੀਂ, ਉਹਦੇ ਨਾਲ ਉਹਦਾ ਕੋਈ ਸੰਬੰਧ ਨਹੀਂ ਹੈਗਾ। ਜੀ ਜੀ। ਤੋ ਇਸ ਜਦੋਂ ਆਇਨਸਟਾਈਨ ਇਹ ਬਣਾ ਰਿਹਾ ਸੀ ਗੱਲ, ਉਦੋਂ ਇਹ ਵਿਚਾਰ ਚੱਲ ਰਿਹਾ ਸੀ ਕਿ ਨਹੀਂ, ਸਮਾਂ ਜਿਹੜਾ ਉਹ ਤਬਦੀਲੀ ਦੇ ਨਾਲ ਜੁੜਿਆ ਹੋਇਆ। ਮਤਲਬ ਅਸੀਂ ਸਮੇਂ ਨੂੰ ਜਿਹੜਾ ਤਾਂ ਸਮਝ ਸਕਦੇ ਹਾਂ ਜੇ ਕੋਈ ਚੀਜ਼ ਜੀਵਨ ਦੇ ਵਿੱਚ ਕੋਈ ਚੇਂਜ ਆਉਂਦੀ ਹੈ, ਤਬਦੀਲੀ ਹੁੰਦੀ ਹੈ। ਬਿਲਕੁਲ। ਸੋ ਹਰ ਚੀਜ਼, ਜਿਵੇਂ ਇਹ ਕਾਗਜ਼ ਹੈ ਜੀ, ਮੈਂ ਇਹਨੂੰ ਇੱਥੋਂ ਚੁੱਕ ਕੇ ਇੱਥੇ ਰੱਖ ਦਿੱਤਾ ਹੈ ਜੀ, ਤੇ ਹੁਣ ਅਸੀਂ ਸਮੇਂ ਨੂੰ ਸਮਝ ਸਕਦੇ ਹਾਂ ਵੀ ਪਹਿਲਾਂ ਇੱਥੇ ਸੀ, ਹੁਣ ਇੱਥੇ ਹੈ। ਜੇ ਉਹ ਉੱਥੇ ਦਾ ਉੱਥੇ ਹੀ ਹੈ ਤੇ ਫਿਰ ਸਮਾਂ ਜਿਹੜਾ ਅਸੀਂ ਉਹਨੂੰ ਸਮਝ ਨਹੀਂ ਸਕਦੇ। ਸਮਾਂ ਜਿਹੜਾ ਉਹਦਾ ਕੋਈ ਮਹੱਤਵ ਨਹੀਂ ਹੈਗਾ। ਸੋ ਇਹ ਰਿਲੇਟਿਵਿਟੀ ਦਾ ਸੀ, ਜੇ ਮੈਂ ਬੜੇ ਸਧਾਰਨ ਸ਼ਬਦਾਂ 'ਚ ਗੱਲ ਕੀਤੀ ਹੈ। ਤੋ ਉਹ ਆਇਨਸਟਾਈਨ ਇਹ ਮੰਨਦੇ ਨੇ ਕਿ ਮੇਰੇ ਉੱਤੇ ਜਿਹੜਾ ਟੀ.ਈ. ਹਿਊਮ, ਇੱਕ ਸਕਾਟਿਸ਼ ਫਿਲਾਸਫਰ ਸੀ, ਉਹਦੀ ਕਿਤਾਬ ਦਾ ਅਸਰ ਪਿਆ। ਉਹਦੀ ਕਿਤਾਬ ਸੀ ਟ੍ਰੀਟਿਸ ਆਫ ਹਿਊਮਨ ਨੇਚਰ, ਮਨੁੱਖੀ ਸੁਭਾਅ ਦੀ ਕਿਤਾਬ। ਤੋ ਉਹਦਾ ਜਿਹੜਾ ਅਸਰ ਪਿਆ, ਜਿਹੜਾ ਟੀ.ਈ. ਹਿਊਮ ਹੈ, ਉਹਨੇ ਆਪਣਾ ਇਹ ਵਿਚਾਰ ਪੇਸ਼ ਕਰਤਾ ਸੀ ਵੀ ਜਿਹੜਾ ਟਾਈਮ ਹੈ ਉਹ ਸਾਈਮਲਟੇਨੀਅਸ ਨਹੀਂ, ਇੱਕੋ ਤਰ੍ਹਾਂ ਨਹੀਂ ਹੈ, ਦੋਨੇ ਚੀਜ਼ਾਂ ਜਿਹੜੀਆਂ ਨੇ ਰਿਲੇਟਿਵ ਨੇ। ਜੀ ਜੀ। ਤੋ ਉਸ ਤੋਂ ਉਹਨੇ ਇਨਸਪਾਇਰ ਹੋ ਕੇ, ਉਸ ਤੋਂ ਉਹਨੇ ਗਿਆਨ ਲੈ ਕੇ ਉਹ ਕਹਿੰਦਾ ਵੀ ਇਹਦੇ ਨਾਲ ਮੇਰਾ ਕੰਮ ਸੌਖਾ ਹੋ ਗਿਆ। ਬਿਲਕੁਲ। ਸੋ ਇੰਨਾ ਪ੍ਰਭਾਵ ਹੈ ਕਿਤਾਬ ਦਾ। ਜੇ ਉਹ ਕਿਤਾਬ ਨਾ ਹੁੰਦੀ ਤੇ ਉਹਦੇ ਲਈ ਇੰਨਾ ਸੌਖਾ ਨਹੀਂ ਸੀ ਵੀ ਉਹ ਆਪਣੀ ਥਿਊਰੀ ਆਫ ਰਿਲੇਟਿਵਿਟੀ ਪੇਸ਼ ਕਰ ਦਿੰਦਾ। ਜੀ ਜੀ। ਦੂਜੀ ਉਦਾਹਰਨ ਹੈਗੀ ਆ ਸ਼ਹੀਦ ਭਗਤ ਸਿੰਘ ਹੋਣਾ ਦੀ, ਜਿਨ੍ਹਾਂ ਦਾ ਹੁਣੇ ਹੀ ਜਿਹੜਾ ਇਹ ਸ਼ਹੀਦੀ ਦਿਹਾੜਾ ਸੀ 23 ਮਾਰਚ ਨੂੰ। ਉਹਨਾਂ ਦੇ ਉੱਤੇ ਇੱਕ ਆਮ ਨੌਜਵਾਨ ਜਿਹਦਾ ਸਿਰਫ ਇੱਕ ਜਜ਼ਬਾ ਸੀ ਕਿ ਮੈਂ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣਾ ਹੈ, ਉਹਦੇ ਤੋਂ ਇੱਕ ਐਸੇ ਰਾਜ ਦਾ ਸੁਪਨਾ ਲੈਣਾ ਕਿ ਜਿਹਦੇ ਵਿੱਚ ਜਿਹੜਾ ਸਿਰਫ ਇਹ ਜਿਹੜੀ ਪਾਵਰ ਦੀ ਟ੍ਰਾਂਸਫਰ ਨਹੀਂ ਹੋਣਾ, ਜਿਹੜਾ ਇੱਕ ਮਾਲਕ ਤੋਂ ਦੂਜੇ ਮਾਲਕ ਦੇ ਵਿੱਚ ਕਬਜ਼ਾ ਨਹੀਂ ਦੇਣਾ ਜੀ, ਇਹ ਸਿਰਫ ਇਹ ਸੀ ਕਿ ਜਿਹੜਾ ਪਾਵਰ ਹੈ ਉਹ ਲੋਕਾਂ ਤੱਕ ਆ ਜਾਏ ਜੀ, ਜਿਹਦਾ ਮਤਲਬ ਸੀ ਸੋਸ਼ਲਿਸਟ ਰਾਜ ਜਿਹੜਾ ਹੈ ਕਾਇਮ ਕਰਨਾ। ਤੋ ਇਹ ਜਿਹੜੇ ਉਹਦੇ ਵਿਚਾਰ ਨੇ ਉਹ ਕਿਤਾਬਾਂ ਦੇ ਪ੍ਰਭਾਵ ਕਰਕੇ ਹੀ ਹੋਈਆਂ ਜੀ। ਜਦੋਂ ਉਹਨਾਂ ਨੇ ਫॉर ਐਗਜ਼ਾਮਪਲ ਇੱਕ ਕਿਤਾਬ ਪੜ੍ਹੀ ਜਿਹੜੀ ਹੈ ਮੈਮੋਇਰਸ ਆਫ ਏ ਰੈਵੋਲੂਸ਼ਨਰੀ ਜੀ, ਫਿਰ ਉਹਨਾਂ ਨੇ ਰੂਸੋ ਦੀਆਂ ਲਿਖਤਾਂ ਪੜ੍ਹੀਆਂ, ਫਿਰ ਉਹਨਾਂ ਨੇ ਚਾਰਲਸ ਡਿਕਨਸ ਦੇ ਨੋਵਲਸ ਪੜ੍ਹੇ ਜੀ, ਔਰ ਉਸ ਤੋਂ ਇਲਾਵਾ ਫਿਰ ਉਹਨਾਂ ਨੇ ਜਿਹੜੇ ਰੂਸ ਦੇ ਜਿਹੜੇ ਬਾਨੀ ਸੀਗੇ ਲੈਨਨ, ਉਹਨਾਂ ਦੀਆਂ ਕਿਤਾਬਾਂ ਪੜ੍ਹੀਆਂ ਤੇ ਉਹਨਾਂ ਦੇ ਜਿਹੜੇ ਅਖੀਰਲੇ ਵਿਚਾਰ ਨੇ ਉਹ ਇੰਨੀ ਤਬਦੀਲੀ ਉਹਨਾਂ ਦੇ ਵਿੱਚ ਆ ਗਈ ਜੀ। ਸੋ ਅਸੀਂ ਇਸ ਤਰੀਕੇ ਨਾਲ ਸਮਝ ਸਕਦੇ ਹਾਂ ਕਿ ਜਿਹੜੇ ਭਾਰਤ ਦੇ ਮਰਹੂਮ ਰਾਸ਼ਟਰਪਤੀ ਨੇ, ਉਹਨਾਂ ਦੇ ਵਿਚਾਰ ਜਿਹੜੇ ਬਹੁਤ ਹੀ ਸੰਜੀਦਾ
ਤੇ ਬਹੁਤ ਹੀ ਜਿਹੜੇ ਨੇ ਰੈਲੇਵੈਂਟ ਨੇ। ਬਿਲਕੁਲ। ਜੇ ਵਿਦਿਆਰਥੀਆਂ ਦੀ ਗੱਲ ਕਰੀਏ, ਵਿਦਿਆਰਥੀ ਜੀਵਨ ਦੀ ਤੇ ਸ਼ੁਰੂਆਤੀ ਕਿਤਾਬਾਂ ਦੇ ਨਾਲ ਹੁੰਦੀ ਹੈ, ਉਸ ਤੋਂ ਬਾਅਦ ਲਗਾਤਾਰ ਜਦ ਵਿਦਿਆਰਥੀ ਨੌਜਵਾਨੀ ਤੱਕ ਕਿਤਾਬਾਂ ਦੇ ਨਾਲ ਜੁੜਿਆ ਰਹਿੰਦਾ ਹੈ, ਜਾਂ ਇੰਝ ਕਹੋ ਕਿ ਤਾਂ ਉਮਰ ਜਿਹੜਾ ਹੈ ਉਹ ਕਿਤਾਬਾਂ ਦੇ ਨਾਲ ਜੁੜਦਾ ਹੈ, ਸਿੱਖਦਾ ਹੈ, ਤੇ ਤੁਸੀਂ ਇਸ ਸੁਮੇਲ ਨੂੰ ਕਿੱਦਾਂ ਦੇਖਦੇ ਹੋ? ਦੇਖੋ, ਜਿਵੇਂ ਆਪਾਂ ਪਹਿਲਾਂ ਇਹ ਗੱਲ ਕਰ ਰਹੇ ਹਾਂ, ਉਸ ਦੀ ਕੰਟੀਨਿਊਟੀ 'ਚ ਹੀ ਅਸੀਂ ਅਗਰ ਗੱਲ ਕਰੀਏ ਜੀ, ਤੇ ਕਿਤਾਬਾਂ ਹਰ ਸਮੇਂ ਹਰ ਵਕਤ ਪੂਰੇ ਜੀਵਨ ਦੇ ਵਿੱਚ ਸਾਡੇ ਨਾਲ ਜੁੜ ਗਈਆਂ ਨੇ। ਜਦੋਂ ਦਾ ਇਹ ਸਾਡੇ ਸਾਹਮਣੇ ਇੱਕ ਆਲਟਰਨੇਟਿਵ ਆਇਆ ਗਿਆਨ ਨੂੰ ਗ੍ਰਹਿਣ ਕਰਨ ਦਾ ਤੇ ਗਿਆਨ ਨੂੰ ਅੱਗੇ ਪਹੁੰਚਾਉਣ ਦਾ। ਜੀ ਜੀ। ਕਿਉਂਕਿ ਜਦੋਂ ਪ੍ਰਿੰਟਿੰਗ ਪ੍ਰੈਸ ਖੁੱਲ ਗਈ, ਜਦੋਂ ਪ੍ਰਿੰਟਿੰਗ ਬਣ ਗਈ, ਉਸ ਤੋਂ ਬਾਅਦ ਇਹ ਸੀ ਵੀ ਇੱਕੋ ਜਿਹੀਆਂ ਕਈ ਹਜ਼ਾਰਾਂ ਗਿਣਤੀ ਦੇ ਵਿੱਚ, ਜਿਹੜੀਆਂ ਲੱਖਾਂ ਗਿਣਤੀ ਦੇ ਵਿੱਚ ਜਿਹੜੀਆਂ ਕਿਤਾਬਾਂ ਨੇ ਉਹ ਬਣ ਸਕਦੀਆਂ ਸੀ। ਉਸ ਤੋਂ ਪਹਿਲਾਂ ਜਦੋਂ ਹੱਥ ਲਿਖਤ ਹੁੰਦਾ ਸੀ, ਬੜਾ ਔਖਾ ਕੰਮ ਸੀ, ਤੇ ਉਸ ਤੋਂ ਪਹਿਲਾਂ ਜਦੋਂ ਲਿਖਤ ਹੁੰਦੀ ਨਹੀਂ, ਹੋਰ ਵੀ ਔਖਾ ਕੰਮ ਸੀ ਗਿਆਨ ਨੂੰ ਪਹੁੰਚਾਉਣਾ। ਤਾਂ ਉਦੋਂ ਗਿਆਨ ਜਿਹੜਾ ਸਿਰਫ ਘਰੇਲੂ ਰਹਿੰਦਾ ਸੀ, ਵੀ ਪਿਤਾ ਤੋਂ ਬੱਚਾ ਸਿੱਖ ਲੈਂਦਾ, ਕਦੀ ਕਦੀ ਜਿਹੜਾ ਬੱਚਾ ਉਹਨੂੰ ਘਰ ਛੱਡ ਕੇ ਦੂਜੀ ਥਾਂ ਤੇ ਜਾਣਾ ਪੈਂਦਾ ਸੀ, ਉੱਥੇ ਜਾ ਕੇ ਸਿੱਖਦਾ ਸੀ। ਪਰ ਜਦੋਂ ਇਹ ਕਿਤਾਬਾਂ ਆ ਗਈਆਂ, ਉਦੋਂ ਇੰਨਾ ਸੌਖਾ ਹੋ ਗਿਆ ਕਿ ਵੀ ਮੈਂ ਅਗਰ ਅੱਜ ਦਾ ਮੰਨ ਲਓ ਇੱਕ ਕਲਾਸ ਦੇ ਵਿੱਚ ਤੁਸੀਂ ਲੈਕਚਰ ਮਿਸ ਵੀ ਕਰ ਦਿੰਦੇ ਹੋ, ਤੇ ਮੈਂ ਬਾਅਦ 'ਚ ਕਿਤਾਬ ਪੜ੍ਹਾਂਗਾ ਤੇ ਉੱਤੋਂ ਕੋਸ਼ਿਸ਼ ਕਰਾਂਗਾ ਉਹਦਾ ਕੁਛ ਹਿੱਸਾ ਜਿਹੜਾ ਉੱਥੋਂ ਸਿੱਖ ਲਾਂਗਾ। ਸੋ ਕਿਤਾਬਾਂ ਨੇ ਆਦਮੀ ਦੀ ਜ਼ਿੰਦਗੀ ਦੇ ਵਿੱਚ, ਮਨੁੱਖ ਦੀ ਜ਼ਿੰਦਗੀ 'ਚ ਇੱਕ ਐਸਾ ਇਨਕਲਾਬ ਲੈ ਕੇ ਆਂਦਾ। ਤੋ ਇਹ ਕਿਤਾਬਾਂ ਜਿਹੜੀਆਂ ਨੇ, ਜਦੋਂ ਅਸੀਂ ਪੜ੍ਹਨਾ ਬੰਦ ਵੀ ਕਰ ਦਿੰਦੇ ਹਾਂ, ਉਸ ਤੋਂ ਬਾਅਦ ਵੀ ਇਹਨਾਂ ਦਾ ਰੋਲ ਰਹਿੰਦਾ, ਕਿਉਂਕਿ ਅਗਲੇ ਪੜਾਅ ਦੇ ਉੱਤੇ ਸਾਨੂੰ ਕਿਸੇ ਹੋਰ ਤਰ੍ਹਾਂ ਦਾ ਗਿਆਨ ਚਾਹੀਦਾ। ਜੀ ਬਿਲਕੁਲ। ਉਸ ਗਿਆਨ ਦੀ ਜ਼ਰੂਰਤ ਹੈ। ਔਰ ਪਹਿਲੇ ਗਿਆਨ ਦੀ ਵੀ ਜਦੋਂ ਅਸੀਂ ਅੱਗੇ ਆਪਣੀ ਜ਼ਿੰਦਗੀ ਦੇ ਵਿੱਚ ਉਸ ਨੂੰ ਜੋੜ ਕੇ ਦੇਖਣਾ, ਉਦੋਂ ਫਿਰ ਜ਼ਰੂਰਤ ਹੈ। ਬਿਲਕੁਲ। ਸੋ ਕਿਤਾਬਾਂ ਤੇ ਪੂਰੇ ਜੀਵਨ ਦੇ ਵਿੱਚ ਹੀ ਸਾਡੇ ਰੈਲੇਵੈਂਟ ਰਹਿੰਦੀਆਂ ਨੇ, ਔਰ ਜਿਹੜੇ ਲੋਕ ਕਿਤਾਬਾਂ ਪੜ੍ਹਦੇ ਰਹਿੰਦੇ ਨੇ ਉਹ ਬਿਹਤਰ ਜੀਵਨ ਆਪਣਾ ਜਿਹੜਾ ਉਹ ਬਣਾ ਲੈਂਦੇ ਨੇ। ਤੇ ਮੇਗਾ ਇੱਕ ਸਮਾਂ ਉਹ ਵੀ ਹੁੰਦਾ ਸੀ ਜਦੋਂ ਇੱਕ ਨਾ ਸਾਡੇ ਡੇਲੀ ਰੂਟੀਨ ਦੇ ਵਿੱਚ ਬੜਾ ਵਧੀਆ ਡਿਸਪਲਿਨ ਹੁੰਦਾ ਸੀ, ਜਿੱਥੇ ਅਸੀਂ ਅਕੈਡਮਿਕ ਪੜ੍ਹਾਈਆਂ ਕਰਦੇ ਸਨ। ਜਦੋਂ ਆਪਾਂ ਦੌਰ ਦੇ ਵਿੱਚ ਹੁੰਦੇ ਸਨ ਤੇ ਅਕੈਡਮਿਕ ਪੜ੍ਹਾਈਆਂ ਦੇ ਨਾਲ ਨਾਲ ਕੈਰੀਕੂਲਰ ਐਕਟੀਵਿਟੀਜ਼ ਦੇ ਵਿੱਚ ਬੜਾ ਹੁੰਦਾ ਸੀ, ਕਹਾਣੀ ਦਰਬਾਰਾਂ ਦੇ ਵਿੱਚ ਜਾਣਾ, ਉਸ ਤੋਂ ਬਾਅਦ ਕਵੀ ਦਰਬਾਰਾਂ ਦੇ ਵਿੱਚ ਜਾਣਾ, ਤੇ ਇਸ ਤਰ੍ਹਾਂ ਕੀ ਹੁੰਦਾ ਸੀ ਵੀ ਸ਼ੌਂਕ ਪੈਂਦਾ ਸੀ ਕਿਤਾਬਾਂ ਦੇ ਨਾਲ ਜੁੜਨਾ। ਪਰ ਅੱਜ ਨੌਜਵਾਨ ਕਿਤੇ ਨਾ ਕਿਤੇ ਇਹ ਕਹਿ ਦਿੰਦਾ ਹੈ ਕਿ ਸਾਡੇ ਕੋਲ ਸ਼ਾਇਦ ਸਮਾਂ ਨਹੀਂ ਹੈ, ਤੇ ਸਮੇਂ ਕਰਕੇ ਉਹ ਕਿਤਾਬਾਂ ਦੇ ਨਾਲੋਂ ਟੁੱਟਦਾ ਜਾ ਰਿਹਾ ਹੈ, ਸਿਰਫ ਆਪਣੀ ਪੜ੍ਹਾਈ ਤੱਕ ਸੀਮਿਤ ਰੱਖ ਲਿਆ ਹੈ ਉਸਨੇ ਆਪਣੇ ਆਪ ਨੂੰ, ਜਾਂ ਪਾਰਟੀਜ਼ ਤੱਕ ਸੀਮਿਤ ਰੱਖ ਲਿਆ ਹੈ। ਇਸ ਲਈ ਦੂਰਦਰਸ਼ਨ ਹਮੇਸ਼ਾ ਇਹੀ ਚਾਹੁੰਦਾ ਹੈ ਕਿ ਅਸੀਂ ਕੁਝ ਐਸੇ ਵਿਸ਼ੇ ਲੈ ਕੇ ਆਉਂਦੇ ਹਾਂ ਤਾਂ ਜੋ ਸਮਾਜ ਵਧੀਆ ਬਣਾਇਆ ਜਾ ਸਕੇ, ਤੇ ਕਿਤਾਬਾਂ ਤੇ ਸਾਡੇ ਲਈ ਹੈ ਹੀ ਅਨਮੋਲ, ਤੇ ਅਸੀਂ ਆਪਣੀ ਜੇ ਜ਼ਿੰਦਗੀ ਨੂੰ ਵੀ ਅਨਮੋਲ ਬਣਾਉਣਾ ਹੈ ਤਾਂ ਕਿਤਾਬਾਂ ਦੇ ਨਾਲ ਤਾਂ ਜੁੜਨਾ ਹੀ ਪਵੇਗਾ। ਤੇ ਡਾਕਟਰ ਸਾਹਿਬ, ਅਕੈਡਮਿਕ ਡਿਗਰੀਜ਼ ਦੇ ਨਾਲ ਤੇ ਨੌਜਵਾਨ ਜੁੜੇ ਨੇ, ਬੱਚੇ ਜੁੜੇ ਨੇ, ਕਿਤਾਬਾਂ ਲੈਂਦੇ ਨੇ, ਕਿਤਾਬਾਂ ਪੜ੍ਹਦੇ ਨੇ, ਪਰ ਪਤਾ ਹੈ ਵੀ ਜੇ ਅਪ੍ਰੈਲ 'ਚ ਸੈਸ਼ਨ ਸ਼ੁਰੂ ਹੋਣਾ ਹੈ ਤਾਂ ਫਰਵਰੀ 'ਚ ਖਤਮ ਹੋ ਜਾਣਾ ਹੈ, ਸਿਰਫ ਉੱਥੇ ਤੱਕ ਕਿਤਾਬਾਂ ਦੇ ਨਾਲ ਹੈ। ਪਰ ਉਹ ਅਕੈਡਮਿਕ ਪੜ੍ਹਾਈਆਂ ਤੋਂ ਇਲਾਵਾ ਵੀ ਸਾਡੇ ਕੋਲ ਬਹੁਤ ਕੁਝ ਹੈ, ਧਾਰਮਿਕ ਸਾਹਿਤ ਹੈ, ਸਾਡਾ ਲਿਟਰੇਚਰ ਹੈ, ਹਿੰਦੀ, ਪੰਜਾਬੀ, ਇੰਗਲਿਸ਼, ਕਈ ਲੈਂਗੁਏਜਸ ਨੇ ਜਿਹਦੇ ਵਿੱਚ ਬਹੁਤ ਵਧੀਆ ਸਾਹਿਤ ਸਾਡੇ ਸਾਹਮਣੇ ਆਉਂਦਾ ਹੈ। ਜੇ ਅਸੀਂ ਉਸ ਦੇ ਨਾਲ ਜੁੜਦੇ ਹਾਂ, ਉਹ ਕਿਤਾਬਾਂ ਦੇ ਨਾਲ ਜੁੜਦੇ ਹਾਂ, ਤੇ ਅਕੈਡਮਿਕ ਡਿਗਰੀ ਦੇ ਨਾਲੋਂ ਨਾਲ ਅਸੀਂ ਆਪਣੀ ਪਰਸਨੈਲਿਟੀ ਡਿਵੈਲਪਮੈਂਟ ਵੀ ਕਰ ਸਕਦੇ ਹਾਂ। ਤੇ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ ਇਸ ਗੱਲ ਨੂੰ ਕਿ ਅਕੈਡਮਿਕ ਪੜ੍ਹਾਈ ਤੋਂ ਇਲਾਵਾ, ਅਕੈਡਮਿਕ ਕਿਤਾਬਾਂ ਤੋਂ ਇਲਾਵਾ ਅਸੀਂ ਕਿਸ ਤਰ੍ਹਾਂ ਹੋਰ ਕਿਤਾਬਾਂ ਦੇ ਨਾਲ ਜੁੜ ਸਕਦੇ ਹਾਂ? ਜੀ ਦੇਖੋ, ਇਹ ਹੈ ਕਿ ਜਿਹੜਾ ਮਨੁੱਖ ਦਾ ਜੀਵਨ ਹੈ ਉਹ ਸਿਰਫ ਇੱਕ ਚੀਜ਼ ਦੇ ਨਾਲ ਨਹੀਂ ਚੱਲ ਰਿਹਾ ਹੁੰਦਾ। ਮਨੁੱਖ ਦੇ ਜੀਵਨ ਵਿੱਚ ਕਈ ਸਾਰੀਆਂ ਗੱਲਾਂ ਇੱਕੋ ਹੀ ਸਮੇਂ ਚੱਲ ਰਹੀਆਂ ਹੁੰਦੀਆਂ ਨੇ। ਮਨੁੱਖ ਇੱਕ ਤਰ੍ਹਾਂ ਦਾ ਜੀਵਨ ਨਹੀਂ ਜੀ ਰਿਹਾ ਹੁੰਦਾ। ਇੱਕ ਜੀਵਨ ਹੁੰਦਾ ਜਿਹੜਾ ਸਭ ਤੋਂ ਉਹਦਾ ਮੁੱਖ ਹੁੰਦਾ ਹੈ। ਜਿਵੇਂ ਜਿਹੜਾ ਵੀ ਤੁਸੀਂ ਕੰਮ ਕਰਨੇ ਆ, ਜਿਹੜਾ ਅਸੀਂ ਦਫ਼ਤਰ ਜਾਂਦੇ ਆ, ਜਾਂ ਕਿਸੇ ਫੈਕਟਰੀ 'ਚ ਜਾਂਦੇ ਆ, ਜਾਂ ਅਸੀਂ ਆਪਣੇ ਖੇਤ 'ਚ ਜਾਂਦੇ ਆ, ਜਾਂ ਆਪਣੀ ਦੁਕਾਨ 'ਚ ਜਾਂਦੇ ਆ, ਉਹ ਸਾਡਾ ਮੁੱਖ ਕੰਮ ਹੈ। ਪਰ ਉਹਦੇ ਨਾਲ ਨਾਲ ਜਿਹੜਾ ਹੈ ਰੋਜ਼ ਕਈ ਹੋਰ ਚੀਜ਼ਾਂ ਵੀ ਜਿਹੜੀਆਂ ਬੰਦਾ ਜੀ ਰਿਹਾ ਹੁੰਦਾ, ਜਿਹਨੂੰ ਅਸੀਂ ਸੱਭਿਆਚਾਰ ਕਹਿੰਦੇ ਆ, ਉਹ ਆਪਣੇ ਸੱਭਿਆਚਾਰ ਨੂੰ ਵੀ ਜੀ ਰਿਹਾ ਹੁੰਦਾ। ਔਰ ਸੱਭਿਆਚਾਰ ਦੇ ਵਿੱਚ ਸਾਡਾ ਧਾਰਮਿਕ ਮਸਲੇ ਆ ਜਾਂਦੇ ਨੇ, ਇੱਕ ਦੂਜੇ ਨਾਲ ਮੇਲ ਦੇ ਮਸਲੇ ਆ ਜਾਂਦੇ ਨੇ, ਇੱਕ ਦੂਜੇ ਨਾਲ ਸੰਬੰਧਾਂ ਦੇ ਮਸਲੇ ਆ ਜਾਂਦੇ ਨੇ। ਬਿਲਕੁਲ। ਤਾਂ ਉਹਨਾਂ ਵਾਸਤੇ ਵੀ ਸਾਨੂੰ ਜਿਹੜਾ ਕਿਤਾਬਾਂ ਇੱਕ ਰਸਤਾ ਦਿਖਾਉਂਦੀਆਂ ਨੇ। ਜਿਹੜੇ ਸਾਡੇ ਧਰਮ ਦੀਆਂ ਕਿਤਾਬਾਂ ਹੁੰਦੀਆਂ ਨੇ, ਉਹ ਵੀ ਕਿਸੇ, ਜਿਵੇਂ ਮੈਂ ਪਹਿਲਾਂ ਕਿਹਾ ਸੀ ਵੀ ਵਿਚਾਰ ਤੇ ਵਿਚਾਰਧਾਰਾ ਉਹਦੇ ਉੱਤੇ ਆਧਾਰਿਤ ਹੁੰਦੀਆਂ ਨੇ, ਉਹੀ ਉਹਨਾਂ ਦੇ ਵਿੱਚ ਸਮੋਇਆ ਹੁੰਦਾ ਕਿਤਾਬ ਦੇ ਵਿੱਚ। ਇਸੇ ਕਰਕੇ ਹੀ ਜਦੋਂ ਅਸੀਂ ਸਿੱਖ ਧਰਮ ਦੀ ਮੰਨ ਲਓ ਗੱਲ ਕਰਦੇ ਹਾਂ, ਤੇ ਜਦੋਂ ਅਸੀਂ ਕਹਿੰਦੇ ਹਾਂ ਗੁਰੂ ਮਾਨਿਓ ਗ੍ਰੰਥ, ਇਹਦਾ ਮਤਲਬ ਇਹ ਨਹੀਂ ਕਿ ਵੀ ਅਸੀਂ ਉਹ ਇੱਕ ਗ੍ਰੰਥ ਨੂੰ ਜਿਹੜਾ ਸਿਰਫ ਅਸੀਂ
ਪੂਜਣਾ ਤੇ ਉਹਨੂੰ ਮੱਥਾ ਟੇਕਣਾ ਤੇ ਉਹਦੀ ਜਿਹੜੀ ਆ ਉਹਦਾ ਮਤਲਬ ਇਹ ਹੈ ਕਿ ਅਸੀਂ ਉਹਨੂੰ ਪੜ੍ਹ ਕੇ ਵਿਚਾਰਨਾ, ਉਹਨੂੰ ਵਿਚਾਰ ਕੇ ਉਹਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਉਣਾ। ਤੇ ਇਸੇ ਤਰ੍ਹਾਂ ਹੀ ਬਾਕੀ ਚੀਜ਼ਾਂ ਨੇ, ਜੇ ਗੀਤਾ ਹੈ, ਰਮਾਇਣ ਹੈ ਜਾਂ ਬਾਈਬਲ ਹੈ, ਉਹਨਾਂ ਦੇ ਵਿੱਚ ਜਿਹੜੀਆਂ ਲਿਖਤਾਂ ਨੇ ਜੀ ਬਿਲਕੁਲ, ਜੋ ਉਹ ਕਹਿ ਰਹੀਆਂ, ਜੋ ਉਹ ਸੁਨੇਹਾ ਦੇ ਰਹੀਆਂ, ਜਿਹੜੀ ਵਿਚਾਰ ਤੇ ਵਿਚਾਰਧਾਰਾ ਹੈ, ਉਹਨੂੰ ਅਸੀਂ ਆਪਣੇ ਜੀਵਨ ਨਾਲ ਜੋੜਨਾ ਹੈ ਔਰ ਫਿਰ ਦੇਖਣਾ ਹੈ ਵੀ ਇਹ ਕਿੱਥੋਂ ਤੱਕ ਸਾਰਥਕ ਹੈ। ਬਿਲਕੁਲ, ਜੇ ਉਹ ਉਹਨਾਂ ਦੇ ਵਿੱਚ ਕੁਝ ਹੋਰ ਚੀਜ਼ਾਂ ਨੇ ਤੇ ਉਹਦੇ ਵਿੱਚ ਵੀ ਤਬਦੀਲੀ ਹੋ ਸਕਦੀ ਹੈ। ਬਿਲਕੁਲ, ਜਿਹੜੇ ਜੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ, ਗੁਰੂ ਨਾਨਕ ਸਾਹਿਬ ਨੇ ਜਾਂ ਜਿੰਨੇ ਵੀ ਸਾਡੇ ਗੁਰੂ ਨੇ, ਉਹਨਾਂ ਦਾ ਇਹੀ ਸੁਨੇਹਾ ਸੀ ਕਿ ਅਸੀਂ ਆਪਣਾ ਵਿਚਾਰ ਕਰਕੇ ਫਿਰ ਅੱਗੇ ਚੱਲਣਾ। ਬਿਲਕੁਲ, ਇਹ ਨਹੀਂ ਹੈ ਵੀ ਉਹਨੂੰ ਅਸੀਂ ਸਿਰਫ ਜਿਹੜਾ ਇਸੇ ਤਰ੍ਹਾਂ ਹੀ ਸਿਰਫ ਜਿਹੜਾ ਮੰਨੀ ਜਾਣਾ। ਤੋ ਕਿਤਾਬਾਂ ਨਾਲ ਜੁੜਨ ਦਾ ਮਤਲਬ ਹੈ ਕਿਤਾਬਾਂ ਦੇ ਵਿੱਚ ਜੋ ਲਿਖਿਆ ਹੋਇਆ, ਜੋ ਕਿਤਾਬਾਂ ਦੇ ਵਿੱਚ ਉਹਨੂੰ ਵਿਚਾਰਨਾ ਔਰ ਉਹਨੂੰ ਜੀਵਨ ਦੇ ਵਿੱਚ ਢਾਲਣਾ। ਬਿਲਕੁਲ, ਤੋ ਇਸ ਤਰੀਕੇ ਦਾ ਅਗਰ ਰਿਸ਼ਤਾ ਜੁੜੇਗਾ ਤੇ ਫਿਰ ਮੈਨੂੰ ਲੱਗਦਾ ਹੈ ਕਿ ਜੀਵਨ ਜਿਹੜਾ ਉਹ ਜ਼ਿਆਦਾ ਸਾਡਾ ਜਿਹੜਾ ਉਹ ਸਫਲ ਹੁੰਦਾ ਔਰ ਸਾਰਥਕ ਹੁੰਦਾ ਜੀ। ਔਰ ਇਸ ਤਰ੍ਹਾਂ ਹੀ ਸੱਭਿਆਚਾਰ ਦੇ ਬਾਰੇ ਚ ਸਾਡੇ ਕੋਲ ਕਿਤਾਬਾਂ ਨੇ, ਜਾਂ ਸਾਡੇ ਸਾਹਿਤ ਦੇ ਵਿੱਚ ਹੈ। ਸਾਹਿਤ ਦੇ ਵਿੱਚ ਵੀ ਇੱਕ ਜੀਵਨ ਤੋਂ ਹੀ ਸਿੱਖ ਕੇ ਚੀਜ਼ਾਂ, ਜੀਵਨ ਤੋਂ ਅਲੱਗ ਕੋਈ ਚੀਜ਼ ਨਹੀਂ ਹੈਗੀ। ਬਿਲਕੁਲ ਠੀਕ ਗੱਲ। ਜੇ ਅਸੀਂ ਕੋਈ ਚੀਜ਼ ਖਿਆਲੀ ਵੀ ਬਣਾਉਂਦੇ ਆ, ਉਹਦਾ ਵੀ ਆਧਾਰ ਜੀਵਨ ਹੀ ਹੁੰਦਾ। ਬਿਲਕੁਲ ਜੀ, ਬਿਲਕੁਲ। ਮੰਨ ਲਓ ਵੀ ਅਸੀਂ ਕਹਿੰਦੇ ਹਾਂ ਜੀ ਪੱਗ ਬੰਨਣੀ ਆ, ਪੱਗ ਬੰਨਣ ਦਾ ਇੱਕ ਤਰੀਕਾ ਮੁੱਖ ਹੈ, ਉਸ ਤੋਂ ਬਾਅਦ ਥੋੜਾ ਬਹੁਤ ਉਹਦੇ ਚ ਬਦਲਾਵ ਨੇ। ਜੀ, ਜਿਹੜਾ ਅਗਲਾ ਤਰੀਕਾ, ਖਿਆਲੀ ਤਰੀਕਾ, ਉਹ ਪਹਿਲੇ ਦੇ ਨਾਲ ਹੀ ਜੁੜਿਆ ਹੋਇਆ। ਇਸ ਤਰ੍ਹਾਂ ਹੀ ਜੀਵਨ ਦੇ ਨਾਲ ਹੀ ਜੁੜਿਆ ਹੁੰਦਾ ਹੈ ਸਾਹਿਤ। ਤੋ ਸਾਹਿਤ ਦੇ ਵਿੱਚ ਕੁਝ ਇਸ ਤਰੀਕੇ ਦੀਆਂ ਵੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕੁਝ ਖਿਆਲ ਪ੍ਰਗਟ ਕੀਤਾ ਗਿਆ ਹੁੰਦਾ ਕਿ ਜੇ ਇਸ ਤਰ੍ਹਾਂ ਹੋ ਜਾਵੇ, ਉਹੀ ਅਸੀਂ ਕਹਿੰਦੇ ਆ ਉਹ ਚੀਜ਼ਾਂ ਹੀ ਰੈਵੋਲੂਸ਼ਨ ਲੈ ਕੇ ਆਉਂਦੀਆਂ, ਉਹੀ ਚੀਜ਼ਾਂ ਤਬਦੀਲੀ ਲੈ ਕੇ ਆਉਂਦੀਆਂ। ਬਿਲਕੁਲ ਠੀਕ ਗੱਲ ਜੀ। ਜੇ ਗੱਲ ਅਸੀਂ ਵਿਦਿਆਰਥੀਆਂ ਦੀ ਕਰੀਏ ਤੇ ਵਿਦਿਆਰਥੀ ਤੇ ਕਿਤਾਬਾਂ ਹੈ ਨਾ, ਬਹੁਤ ਹੀ ਗੂੜਾ ਰਿਸ਼ਤਾ, ਜਿਸ ਤਰ੍ਹਾਂ ਅਸੀਂ ਪਹਿਲੇ ਵੀ ਗੱਲ ਕੀਤੀ। ਤੇ ਇੱਥੇ ਗੱਲ ਕਰਦੇ ਹਾਂ ਅਧਿਆਪਕਾਂ ਦੇ ਰੋਲ ਦੀ ਤੇ ਮਾਪਿਆਂ ਦੇ ਰੋਲ ਦੀ, ਕਿ ਉਹਨਾਂ ਦਾ ਰੋਲ ਕਿੱਦਾਂ ਦਾ ਹੋਣਾ ਚਾਹੀਦਾ ਹੈ ਆਪਣੇ ਬੱਚਿਆਂ ਨੂੰ, ਵਿਦਿਆਰਥੀਆਂ ਨੂੰ ਕਿਤਾਬਾਂ ਦੇ ਨਾਲ ਜੋੜਨ ਦੇ ਵਿੱਚ। ਜੀ ਦੇਖੋ, ਇਹ ਹੈ ਵੀ ਜਿਹੜੇ ਬੱਚੇ ਨੇ ਜੀ, ਉਹ ਇੱਕ ਜਿਹੜੀ ਉਹਨਾਂ ਦਾ ਸਿੱਖਣ ਦਾ ਤਰੀਕਾ ਹੁੰਦਾ, ਉਹ ਹੁੰਦਾ ਹੈ ਕਿ ਜੋ ਉਹ ਦੇਖਦੇ ਨੇ ਉਹ ਚੀਜ਼ ਨੂੰ ਸਿੱਖਦੇ ਨੇ। ਜੀ। ਦੂਸਰਾ ਤਰੀਕਾ ਇਹ ਹੈ ਕਿ ਵੀ ਜੋ ਉਹ ਕਰਦੇ ਨੇ ਉਹ ਸਿੱਖਦੇ ਨੇ। ਜੀ। ਤਾਂ ਦੇਖਣਗੇ ਕਿਹਨੂੰ? ਉਹ ਸਭ ਤੋਂ ਜ਼ਿਆਦਾ ਪਹਿਲਾਂ ਦੇਖਦੇ ਨੇ ਆਪਣੇ ਮਾਪਿਆਂ ਨੂੰ, ਫਿਰ ਦੇਖਦੇ ਨੇ ਅਧਿਆਪਕਾਂ ਨੂੰ। ਤੇ ਤੀਜਾ ਹੈਗਾ ਜਿਹੜੀ ਸਾਡੀ ਆਮ ਜੀਵਨ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਵੀ ਉਹ ਬੜੇ ਬੰਦੇ ਸ਼ੋਹਰਤ ਵਾਲੇ ਹੁੰਦੇ ਨੇ, ਜਾਂ ਜਿਨ੍ਹਾਂ ਨੂੰ ਅਸੀਂ ਇਹ ਕਹਿ ਦਿੰਦੇ ਆ ਕਿ ਉਹ ਜਿਵੇਂ ਸਾਡੇ ਕੋਈ ਕਲਾਕਾਰ ਨੇ ਜਾਂ ਹੋਰ ਨੇ, ਜਾਂ ਸਾਡੇ ਲੀਡਰ ਨੇ, ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉਹ ਚੀਜ਼ਾਂ ਸਿੱਖਦੇ ਨੇ। ਤੇ ਜੇ ਹੁਣ ਅਸੀਂ ਕਹੀਏ ਵੀ ਲੀਡਰਸ ਨੇ ਜਾਂ ਕਲਾਕਾਰ ਨੇ, ਉਹਨਾਂ ਦੀਆਂ ਕਈ ਹੋਰ ਸੀਮਾਵਾਂ ਹੁੰਦੀਆਂ ਨੇ, ਉਹਨਾਂ ਦੀਆਂ ਕਈ ਹੋਰ ਜਿਹੜੇ ਨੇ ਬੰਦਸ਼ਾਂ ਹੁੰਦੀਆਂ ਨੇ, ਜਿਨ੍ਹਾਂ ਕਰਕੇ ਉਹ ਹੋ ਸਕਦਾ ਕਈ ਚੀਜ਼ਾਂ ਉਹ ਨਹੀਂ ਦਿਖਾ ਸਕਦੇ ਜਿਹੜੀਆਂ ਉਹਨਾਂ ਨੂੰ ਦਿਖਾਣੀਆਂ ਚਾਹੀਦੀਆਂ ਨੇ। ਜੀ। ਪਰ ਮਾਪੇ ਤੇ ਅਧਿਆਪਕ ਬੱਚੇ ਸਿੱਧੇ ਨਾਲ ਸਿੱਧੇ ਜੁੜੇ ਹੁੰਦੇ ਨੇ। ਜੀ। ਜੇ ਮਾਪੇ ਆਪਣੇ ਘਰ ਦੇ ਵਿੱਚ ਕਿਤਾਬਾਂ ਰੱਖਣਗੇ ਤੇ ਬੱਚੇ ਜਿਹੜੇ ਨੇ ਉਹਨਾਂ ਨੂੰ ਦੇਖ ਕੇ ਸਿੱਖਣਗੇ ਕਿਤਾਬਾਂ ਦੇ ਕਦਰ ਕਰਨਾ, ਕਿਤਾਬਾਂ ਨੂੰ ਪੜ੍ਹਨਾ। ਅਧਿਆਪਕਾਂ ਦੀ ਤੇ ਦਾ ਕੰਮ ਹੀ ਇਹੀ ਹੈ। ਅਧਿਆਪਕਾਂ ਦੇ ਕੋਲ ਤਾਂ ਕਿਤਾਬ ਜਿਹੜੀ ਹੈ ਹੋਣੀ ਚਾਹੀਦੀ ਹੈ। ਅਧਿਆਪਕ ਦਾ ਤੇ ਕਿਤਾਬ ਜਿਹੜਾ ਇੱਕ ਤਰ੍ਹਾਂ ਦਾ ਗਹਿਣਾ ਹੈ। ਜੀ ਬਿਲਕੁਲ। ਜੇ ਜਾਂ ਉਹਦੀ ਇੱਕ ਉਹਦਾ ਜਿਹੜਾ ਟ੍ਰੇਡਮਾਰਕ ਹੈ। ਜਿਹੜੇ ਅਧਿਆਪਕ ਦੇ ਕੋਲ ਕਿਤਾਬ ਨਹੀਂ, ਮੈਂ ਤੇ ਉਹ ਸਮਝਦਾ ਵੀ ਉਹ ਤਾਂ ਅਧਿਆਪਕ ਆਪਣੇ ਆਪ ਨੂੰ ਮਤਲਬ ਉਹਨੂੰ ਪਛਾਣਿਆ ਨਹੀਂ ਜਾ ਸਕਦਾ ਵੀ ਇਹ ਅਧਿਆਪਕ ਹੈ। ਜੀ ਬਿਲਕੁਲ। ਸੋ ਜੇ ਅਧਿਆਪਕ ਕਿਤਾਬਾਂ ਆਪਣੇ ਕੋਲ ਰੱਖਣਗੇ ਔਰ ਆਪ ਜਿਹੜੀ ਲਾਇਬ੍ਰੇਰੀ ਹੈ ਉਹਦੇ ਵਿੱਚ ਜਾ ਕੇ ਪੜ੍ਹਨਗੇ ਤੇ ਬੱਚੇ ਉਹਨਾਂ ਨੂੰ ਦੇਖ ਕੇ ਸਿੱਖਣਗੇ। ਪਰ ਅਨਫੋਰਚੂਨੇਟਲੀ ਇਹ ਰੁਝਾਨ ਹੁਣ ਜਿਹੜਾ ਘਟ ਰਿਹਾ ਜੀ। ਇਹਦੇ ਕਾਰਨ ਕਈ ਨੇ, ਕਿਸੇ ਹੋਰ ਪ੍ਰੋਗਰਾਮ 'ਚ ਸ਼ਾਇਦ ਇਹਦਾ ਵਿਸ਼ਲੇਸ਼ਣ ਹੋ ਸਕੇ। ਜੀ। ਤੇ ਇਸ ਚੀਜ਼ ਨੂੰ ਮੈਨੂੰ ਲੱਗਦਾ ਹੈ ਕਿ ਵੀ ਦੁਬਾਰਾ ਫਿਰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿਵੇਂ ਮੰਨ ਲਓ ਵੀ ਕੋਈ ਇਸ ਤਰ੍ਹਾਂ ਦਾ ਲਾਇਬ੍ਰੇਰੀ ਦਾ ਇੱਕ ਬਿਲਕੁਲ ਜੀ, ਮੈਂ ਇਸੇ ਗੱਲ ਤੇ ਆਉਣ ਲੱਗਾ। ਮੇਗਾ ਇਹ ਹੁੰਦਾ ਸੀ ਉਹ ਸਮਾਂ ਕਿ ਸਾਡੇ ਟੀਚਰਸ ਨੇ ਕਹਿਣਾ
ਵੀ ਚਲੋ ਆਪਾਂ ਲਾਇਬ੍ਰੇਰੀ ਦੇ ਵਿੱਚ ਤੁਹਾਡਾ ਬਿਲਕੁਲ। ਪੀਰੀਅਡ ਹੈ, ਚਲੋ ਅਟੈਂਡੈਂਸ ਵੀ ਕੰਪਲਸਰੀ ਲੱਗਣੀ ਤੇ ਤਾਂ ਸਾਨੂੰ ਵੀ ਉਡੀਕ ਹੁੰਦੀ ਸੀ ਸਾਨੂੰ ਡਰ library ਹੁੰਦਾ period ਦੀ, ਸੀ ਜੀ। ਸ਼ਾਇਦ ਉਸੇ ਕਰਕੇ ਸਾਡੇ ਨੰਬਰ ਨਾ ਘਟ ਜਾਣ, ਸ਼ਾਇਦ ਫਾਈਨਲ ਮਾਰਕਸ ਨਾ ਘਟ ਜਾਣ, ਜੀ। ਤੇ ਲਾਇਬ੍ਰੇਰੀ 'ਚ ਜਾਣਾ ਹੀ ਜਾਣਾ, ਚਾਹੇ ਅਸੀਂ ਉੱਥੇ ਬਹਿੰਦੇ ਸਨ, ਨਵੀਆਂ ਕਿਤਾਬਾਂ ਮਿਲਦੀਆਂ ਸਨ, ਨਵੀਆਂ ਕਿਤਾਬਾਂ ਦੇ ਨਾਲ ਜੁੜਦੇ ਸਨ। ਤੇ ਵਾਕਈ ਹੀ ਅੱਜ ਉਹ ਲਾਇਬ੍ਰੇਰੀ ਪੀਰੀਅਡ ਸਾਡੀ ਜੀਵਨ ਦੇ ਵਿੱਚ ਇੰਨਾ ਮਦਦਗਾਰ ਸਾਬਤ ਹੋ ਰਿਹਾ ਹੈ ਕਿ ਜਿੱਥੇ ਅਸੀਂ ਭਟਕਦੇ ਹਾਂ ਅਸੀਂ ਫਿਰ ਰਸਤੇ ਦੇ ਉੱਤੇ ਆ ਜਾਂਦੇ ਹਾਂ, ਸਿਰਫ ਜੀ। ਇਸ ਕਰਕੇ ਕਿਉਂਕਿ ਕਿਤਾਬਾਂ ਦੇ ਨਾਲ ਜੁੜੇ ਸਨ। ਤੇ ਦੋਸਤੋ, ਕਿਤਾਬਾਂ ਦੇ ਨਾਲ ਹਮੇਸ਼ਾ ਜੁੜੇ ਰਹੋ। ਕਿਤਾਬਾਂ ਹੀ ਸਾਨੂੰ ਜ਼ਿੰਦਗੀ ਦੱਸਦੀਆਂ ਨੇ, ਸਾਡੀ ਜ਼ਿੰਦਗੀ ਨੂੰ ਜਿਉਣ ਦੀ ਜਾਂਚ ਦੱਸਦੀਆਂ ਨੇ ਕਿਤਾਬਾਂ। ਜੀ। ਤੇ ਡਾਕਟਰ ਸਾਹਿਬ, ਲਾਇਬ੍ਰੇਰੀ ਪੀਰੀਅਡ ਖਤਮ ਹੁੰਦਾ ਜਾ ਰਿਹਾ ਹੈ, ਲਾਇਬ੍ਰੇਰੀ ਕਲਚਰ ਖਤਮ ਹੁੰਦਾ ਜਾ ਰਿਹਾ ਸੀ, ਇਹ ਹੁੰਦਾ ਜਾ ਰਿਹਾ ਹੈ। ਇੱਕ ਸਮਾਂ ਉਹ ਸੀ ਕਿ ਪਿੰਡਾਂ ਦੀਆਂ ਸੱਥਾਂ ਦੇ ਆਸੇ ਪਾਸੇ ਵੀ ਕਿਤਾਬਾਂ ਪਈਆਂ ਹੁੰਦੀਆਂ ਸਨ। ਸ਼ਹਿਰਾਂ ਦੇ ਵਿੱਚ ਜੇ ਮਿਊਨਿਸਪਲ ਕਾਰਪੋਰੇਸ਼ਨ ਜਾਂ ਕਮੇਟੀਆਂ ਦੇ ਦਫ਼ਤਰ ਸਨ, ਉੱਥੇ ਵੀ ਕਿਤਾਬਾਂ ਲਈ ਇੱਕ ਲਾਇਬ੍ਰੇਰੀ ਹੁੰਦੀ ਸੀ। ਸਕੂਲਾਂ ਦੇ ਵਿੱਚ ਲਾਇਬ੍ਰੇਰੀ ਹੁੰਦੀ ਸੀ, ਸਕੂਲਾਂ ਕਾਲਜਾਂ ਦੇ ਵਿੱਚ ਲਾਇਬ੍ਰੇਰੀ ਪੀਰੀਅਡ ਹੁੰਦਾ ਸੀ। ਜੀ, ਪਰ ਜੀ। ਅੱਜ ਇਸ ਤੋਂ ਘਾਟ ਹੈ। ਸ਼ਾਇਦ ਇਹ ਵੀ ਗੱਲ ਹੈ ਕਿ ਨੌਜਵਾਨ ਸਟੂਡੈਂਟਸ ਜਾਂ ਆਮ ਇਨਸਾਨ ਕਿਤਾਬਾਂ ਦੇ ਨਾਲੋਂ ਟੁੱਟਦਾ ਜਾ ਰਿਹਾ ਹੈ। ਤੁਸੀਂ ਇਸ ਨੂੰ ਕਿੰਨਾ ਕੁ ਸੀਰੀਅਸ ਲੈ ਕੇ ਚੱਲਦੇ ਹੋ? ਇਹ ਬਹੁਤ ਹੀ ਸੰਜੀਦਾ ਮਸਲਾ ਹੈ। ਇਹਦੀ ਜਿਹੜੀ ਸੀਰੀਅਸਨੈਸ ਹੁਣੇ ਸਹੀ ਸਮਾਂ ਜਦੋਂ ਸਮਝ ਜਾਣੀ ਚਾਹੀਦੀ ਹੈ ਸਾਡੇ ਜਿਹੜੇ ਵਿਦਿਅਕ ਅਦਾਰੇ ਨੇ ਉਹਨਾਂ ਨੂੰ ਔਰ ਅਧਿਆਪਕਾਂ ਨੂੰ। ਜੀ। ਕਿਉਂਕਿ ਜੇ ਅਸੀਂ ਇਹ ਸੋਚੀਏ ਕਿ ਸਿਰਫ ਅਸੀਂ ਜਿਹੜੇ ਕਲਾਸ ਦੇ ਵਿੱਚ ਜੋ ਕਰਨੇ ਆ ਉਹਦੇ ਨਾਲ ਜਿਹੜਾ ਗਿਆਨ ਆ ਉਹ ਪੂਰੇ ਤਰ੍ਹਾਂ ਗ੍ਰਹਿਣ ਹੋ ਜਾਏਗਾ, ਜੀ। ਇਹ ਗਲਤ ਧਾਰਨਾ। ਜਿਹੜਾ ਕਲਾਸਰੂਮ ਦੇ ਵਿੱਚ ਜਿਹੜਾ ਹੁੰਦਾ ਲੈਕਚਰ, ਉਹ ਤਾਂ ਇੱਕ ਸਿਰਫ ਨਮੂਨਾ ਹੁੰਦਾ। ਜੀ। ਉਹ ਸਿਰਫ ਉਹ ਕੁਝ ਸਵਾਲ ਜਿਹੜੇ ਕੋਈ ਦਿਮਾਗ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਸੁਲਝਾਉਣ ਦੇ ਲਈ ਹੁੰਦਾ। ਜੀ, ਬਿਲਕੁਲ। ਉਸ ਤੋਂ ਪਹਿਲਾਂ ਜਿਹੜਾ ਹੈ ਲਾਇਬ੍ਰੇਰੀ ਦੇ ਵਿੱਚ ਬਹਿ ਕੇ ਜੇ ਵਿਦਿਆਰਥੀ ਆਪਣੇ ਆਪ ਪੜ੍ਹਦੇ ਨੇ ਤਾਂ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਸਵਾਲ ਜਿਹੜੇ ਨੇ ਉਹ ਮਿਲਦੇ ਨੇ। ਜੀ, ਬਿਲਕੁਲ। ਔਰ ਉਹਨਾਂ ਸਵਾਲਾਂ ਨੂੰ ਸੁਲਝਾਉਣ ਵਾਸਤੇ ਅਸਲ ਦੇ ਵਿੱਚ ਕਲਾਸ 'ਚ ਜਾਣਾ ਚਾਹੀਦਾ। ਜੀ, ਜੀ। ਪਰ ਅਸੀਂ ਇਹ ਸੋਚ ਰਹੇ ਹਾਂ ਵੀ ਅਸੀਂ ਸਿਰਫ ਉੱਥੇ ਹੀ ਸਵਾਲ ਤੇ ਉੱਥੇ ਹੀ ਜਵਾਬ, ਜਿਹਦੇ ਕਰਕੇ ਸਾਡਾ ਜਿਹੜਾ ਵਿਦਿਅਕ ਢਾਂਚਾ ਉਹ ਖਰਾਬ ਹੋ ਰਿਹਾ, ਜੀ। ਜਿਹੜਾ ਵਿਦਿਅਕ ਮਿਆਰ ਆ ਉਹ ਵੀ ਖਰਾਬ ਹੋ ਰਿਹਾ। ਅਸੀਂ ਕਈ ਗੱਲਾਂ ਦੇ ਵਿੱਚ ਤੇ ਬਾਹਰਲੀਆਂ ਜਿਹੜੇ ਵਿਦੇਸ਼ਾਂ ਦਾ ਕਲਚਰ ਆ ਉਹਨੂੰ ਨਕਲ ਮਾਰ ਕੇ ਅਸੀਂ ਉਸੇ ਤਰ੍ਹਾਂ ਕਰਨਾ ਕੋਸ਼ਿਸ਼ ਕਰ ਦਿੰਦੇ ਆ। ਪਰ ਜੇ ਅਸੀਂ ਬਾਹਰਲੀਆਂ ਯੂਨੀਵਰਸਿਟੀਆਂ ਨੂੰ ਦੇਖੀਏ, ਮੈਨੂੰ ਕੁਝ ਬਾਹਰਲੀਆਂ ਯੂਨੀਵਰਸਿਟੀਜ਼ ਜਾਣ ਦਾ ਮੌਕਾ ਮਿਲਿਆ, ਕੁਝ ਉੱਥੇ ਮੈਂ ਟੀਚ ਵੀ ਕੀਤਾ ਜੀ। ਤੇ ਕਿਤੇ ਮੈਂ ਜਾ ਕੇ ਥੋੜਾ ਜਿਹਾ ਪੜ੍ਹਿਆ ਵੀ ਆ। ਉੱਥੇ ਹੁੰਦਾ ਕਿ ਤੁਸੀਂ ਪਹਿਲਾਂ ਜਿਹੜੇ ਵਿਦਿਆਰਥੀ ਨੇ ਉਹ ਪਹਿਲਾਂ ਪੜ੍ਹ ਕੇ ਆਉਂਦੇ ਆ। ਜੀ, ਬਿਲਕੁਲ। ਜੋ ਅਗਲਾ ਲੈਕਚਰ ਹੋਣਾ ਉਹ ਪਹਿਲਾਂ ਪੜ੍ਹ ਕੇ ਆਉਂਦੇ ਨੇ। ਜੀ, ਜੀ। ਤੇ ਉਹ ਪੜ੍ਹਨ ਤੋਂ ਬਾਅਦ ਉਹਨਾਂ ਦੇ ਜਿਹੜੇ ਕੋਈ ਮੁਸ਼ਕਲਾਂ ਹੁੰਦੀਆਂ ਨੇ ਉਹ ਕਲਾਸ ਦੇ ਵਿੱਚ ਜਿਹੜਾ ਅਧਿਆਪਕ ਹੈ ਉਹਨਾਂ ਨੂੰ ਸੌਖਿਆਂ ਕਰਕੇ ਦੱਸਦਾ ਜਾਂ ਸੁਲਝਾਉਂਦਾ। ਤਾਂ ਲਾਇਬ੍ਰੇਰੀ ਦਾ ਇੱਕ ਨਹੀਂ ਬਲਕਿ ਜ਼ਿਆਦਾ ਟਾਈਮ ਚਾਹੀਦਾ। ਜੀ, ਜੀ। ਮੇਰੀ ਸਮਝ ਦੇ ਮੁਤਾਬਕ ਜਿੰਨਾ ਟੋਟਲ ਸਮਾਂ ਇੱਕ ਵਿਦਿਆਰਥੀ ਆਪਣੇ ਕਾਲਜ ਜਾਂ ਸਕੂਲ ਦੇ ਵਿੱਚ ਜਾਂ ਯੂਨੀਵਰਸਿਟੀ 'ਚ ਬਿਤਾਉਂਦਾ ਹੈ, ਜੀ, ਜੀ। ਉਹਦਾ ਘੱਟੋ ਘੱਟ ਤੀਜਾ ਹਿੱਸਾ ਜੀ, ਜੀ। ਉਹਦਾ ਲਾਇਬ੍ਰੇਰੀ 'ਚ ਹੋਣਾ ਚਾਹੀਦਾ। ਔਰ ਉਹ ਲਾਇਬ੍ਰੇਰੀ ਦੇ ਵਿੱਚ ਉਹਨੂੰ ਜਿਹੜਾ ਅਧਿਆਪਕ ਕਿਤਾਬਾਂ ਵੀ ਦੱਸੇ ਵੀ ਆਹ ਕਿਤਾਬ ਪੜ੍ਹ ਕੇ ਲਿਆ ਤੂੰ ਤੇ ਇਹਦੀ ਕੁਝ ਲਿਖ ਕੇ ਲਿਆ ਸਮਰੀ। ਜੀ, ਜੀ। ਇਹ ਨਹੀਂ ਹੈ ਕਿ ਕਿਤਾਬ ਦੇ ਵਿੱਚ ਲਾਇਬ੍ਰੇਰੀ 'ਚ ਜਾ ਕੇ ਬਹਿ ਜਾਣਾ ਤੇ ਉੱਥੋਂ ਬਾਅਦ ਥੋੜੀ ਦੇਰ ਬਾਅਦ ਜਿਹੜਾ ਉੱਥੇ ਭਾਵੇਂ ਮੋਬਾਈਲ ਦੇਖੋ, ਗੱਲਾਂ ਕਰਕੇ ਤੁਸੀਂ ਆ ਜਾਓ। ਉਹਦੇ ਨਾਲ ਇੱਕ ਟਾਸਕ ਮਿਲਣਾ ਚਾਹੀਦਾ ਤੇ ਲਾਇਬ੍ਰੇਰੀ ਨੂੰ ਜਿਹੜਾ ਹੋਰ ਮਜ਼ਬੂਤ ਕਰਨ ਦੀ ਲੋੜ ਹੈ ਮੇਰੇ ਖਿਆਲ ਨਾਲ ਤੇ ਬਹੁਤ ਹੀ ਸੰਜੀਦਾ ਮਸਲਾ ਹੈਗਾ। ਜੀ, ਬਿਲਕੁਲ। ਤੇ ਜ਼ਿੰਦਗੀ ਦੀ ਸੱਚਾਈ ਦੀ ਜੇ ਗੱਲ ਕਰੀਏ ਤੇ ਜ਼ਿੰਦਗੀ ਦੀ ਸੱਚਾਈ ਤੋਂ ਅਸੀਂ ਕਿਤਾਬਾਂ ਦੇ ਨਾਲ ਜੁੜ ਕੇ ਹੀ ਜਾਣੂ ਹੁੰਦੇ ਆ। ਸੱਚ, ਝੂਠ, ਧੋਖਾ, ਇਮਾਨਦਾਰੀ, ਇਹ ਸਭ ਕੁਝ ਸਾਨੂੰ ਕਿਤਾਬਾਂ ਤੋਂ ਹੀ ਤਾਂ ਪਤਾ ਲੱਗਦਾ ਜੀ। ਤੇ ਕਿੱਦਾਂ ਫਿਰ ਮੁੜ ਹੁਣ ਬੱਚਿਆਂ ਨੂੰ ਜੋੜੀਏ ਕਿਤਾਬਾਂ ਦੇ ਨਾਲ, ਕਿਉਂਕਿ ਜਿਸ ਤਰ੍ਹਾਂ ਤੁਸੀਂ ਵੀ ਆਪਣੀ ਗੱਲਾਂ ਦੇ ਵਿੱਚ ਕਿਹਾ ਕਿ ਥੋੜਾ ਜਿਹਾ ਜਿਹੜਾ ਕਿਤੇ ਨਾ ਕਿਤੇ ਬੱਚੇ ਵੀ ਹੁਣ ਟੁੱਟ ਰਹੇ ਨੇ। ਇਹਦੇ ਨਾਲ ਕਈ ਵਾਰੀ ਤੇ ਇਸ ਤਰ੍ਹਾਂ ਇਹਨੂੰ ਮਤਲਬ ਉਹ ਕਈ ਵਾਰੀ ਇੱਕ ਤਰ੍ਹਾਂ ਦਾ ਮਖੌਲ ਕਰਨ ਵਾਲੀ ਗੱਲ ਹੋ ਜਾਂਦੀ ਹੈ ਜਦੋਂ ਲੋਕੀ ਕਹਿੰਦੇ ਨੇ ਵੀ ਇਹ ਤੇ ਕਿਤਾਬੀ ਗੱਲਾਂ ਨੇ। ਅਸਲ ਦੇ ਵਿੱਚ ਕਿਤਾਬੀ ਗੱਲਾਂ ਜਿਹੜੀਆਂ ਨੇ ਉਹ ਆਦਰਸ਼ ਹੁੰਦਾ ਸਾਡਾ। ਬਿਲਕੁਲ ਜੀ। ਉਹ ਇੱਕ ਅਲੱਗ ਸਮਾਜ ਦੀ ਸੋਚ ਹੁੰਦੀ ਹੈ ਤੇ ਜਦੋਂ ਅਸੀਂ ਸੋਚਦੇ ਹਾਂ ਵੀ ਅਸੀਂ ਨਹੀਂ ਬਦਲਣਾ ਜੀ, ਅਸੀਂ ਤੇ ਜੋ ਕਰ ਰਹੇ ਹਾਂ ਸਿਰਫ ਉਹੀ ਕਰਨਾ। ਜਿਵੇਂ ਮੰਨ ਲਓ ਸਾਡੇ ਜਿਹੜੀ ਸਮਾਜ ਦੇ ਵਿੱਚ ਜੇ ਕਰਪਸ਼ਨ ਹੈ ਜਾਂ ਸਮਾਜ ਦੇ ਵਿੱਚ ਕੁਝ ਬੁਰਾਈਆਂ ਨੇ ਜੀ, ਅਸੀਂ ਕਹਿੰਦੇ ਆ ਵੀ ਇਹੀ ਚੱਲਣੀਆਂ ਨੇ ਜੀ। ਜਿਹੜੀ ਕਿਤਾਬਾਂ ਦੇ ਵਿੱਚ ਜੋ ਅਸੀਂ ਜਿਵੇਂ ਡੈਮੋਕ੍ਰੇਸੀ ਦੀ ਅਸੀਂ ਦਿੰਦੇ ਆ ਵੀ ਇਹ ਸਮਝ ਹੈ, ਉਹ ਕਹਿੰਦੇ ਆ ਕਿਤਾਬੀ ਹੈ।
ਪਰ ਅਸਲ ਦੇ ਵਿੱਚ ਉਹੀ ਨੂੰ ਉਸ ਨੂੰ ਹੀ ਜੇ ਜ਼ਿੰਦਗੀ 'ਚ ਲੈ ਕੇ ਆਵਾਂਗੇ ਤਾਂ ਹੀ ਸਾਡੀ ਜਿਹੜੀ ਜ਼ਿੰਦਗੀ ਆ ਉਹ ਬਿਹਤਰ ਬਣੇਗੀ, ਤਾਂ ਹੀ ਜਿਹੜਾ ਜ਼ਿੰਦਗੀ ਦੇ ਵਿੱਚ ਸੁਧਾਰ ਹੋਏਗਾ। ਜੀ ਜੀ। ਤੋ ਕਿਤਾਬਾਂ ਜਿਹੜੀਆਂ ਨੇ ਉਹਨਾਂ ਨੂੰ ਜ਼ਿੰਦਗੀ ਦੇ ਨਾਲ ਜੋੜਨਾ ਬਹੁਤ ਹੀ ਜ਼ਰੂਰੀ ਹੈ। ਡਾਕਟਰ ਸਾਹਿਬ, ਇੱਕ ਨਾ ਦੇਖਣ ਵਾਲੀ ਗੱਲ ਇਹ ਆਉਂਦੀ ਹੈ ਕਿ ਜੇ ਅਸੀਂ ਕਲੱਬਾਂ ਦੀ ਗੱਲ ਕਰ ਲਈਏ, ਜੇ ਅਸੀਂ ਪੱਬਾਂ ਦੀ ਗੱਲ ਕਰ ਲਈਏ, ਜੇ ਅਸੀਂ ਪਾਰਟੀਜ਼ ਦੀ ਗੱਲ ਕਰ ਲਈਏ, ਨੌਜਵਾਨ ਉੱਥੇ ਬਹੁਤ ਹੁਮ ਹੁਮਾ ਕੇ ਪਹੁੰਚੇਗਾ। ਪਰ ਜੇ ਅਸੀਂ ਪੁਸਤਕ ਪ੍ਰਦਰਸ਼ਨੀ ਦੀ ਗੱਲ ਕਰ ਲਈਏ, ਸਾਹਿਤਕ ਸਮਾਗਮਾਂ ਦੀ ਗੱਲ ਕਰ ਲਈਏ, ਤਾਂ ਉੱਥੇ ਨੌਜਵਾਨਾਂ ਦੀ ਸ਼ਮੂਲੀਅਤ ਹੀ ਨਹੀਂ ਹੁੰਦੀ, ਜਦ ਕਿ ਨੌਜਵਾਨਾਂ ਦੇ ਉੱਤੇ ਭਾਰ ਹੈ ਕਿ ਕਿਸ ਤਰ੍ਹਾਂ ਦਾ ਉਹਨਾਂ ਨੇ ਸਮਾਜ ਬਣਾਉਣਾ ਹੈ। ਤੁਸੀਂ ਇਸ ਗੱਲ ਨੂੰ ਜਾਂਦੇ ਜਾਂਦੇ ਕਿੱਦਾਂ ਲੈ ਕੇ ਚੱਲਦੇ ਹੋ? ਦੇਖੋ, ਇਹ ਹੈ ਕਿ ਵੀ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਵੀ ਪਾਰਟੀਜ਼ ਦੇ ਵਿੱਚ ਨਹੀਂ ਜਾਣਾ ਚਾਹੀਦਾ ਜਾਂ ਕੁਝ ਸਮਾਂ ਜਿਹੜਾ ਆਪਣੀ ਜਿਹਨੂੰ ਅਸੀਂ ਕਹਿੰਦੇ ਹਾਂ ਐਂਟਰਟੇਨਮੈਂਟ ਜਾਂ ਖੁਸ਼ੀ ਦਾ ਪ੍ਰਗਟਾਵੇ ਲਈ ਨਹੀਂ ਬਿਤਾਉਣਾ ਚਾਹੀਦਾ ਜੀ। ਪਰ ਕੰਜ਼ਿਊਮਰ ਕਲਚਰ ਦਾ ਗੁਲਾਮ ਹੋ ਜਾਣਾ, ਸਾਰੇ ਦਾ ਸਾਰਾ ਸਮਾਂ ਇਸ ਚੀਜ਼ ਨੂੰ ਦੇ ਦੇਣਾ, ਇਹ ਜਿਹੜਾ ਜ਼ਰੂਰੀ ਪ੍ਰਸ਼ਨ ਚਿੰਨ੍ਹ ਜਿਹੜਾ ਇਹ ਲਗਾਉਂਦਾ ਇਸ ਚੀਜ਼ ਦੇ ਉੱਤੇ ਜੀ। ਤੋ ਜਿਹੜੀਆਂ ਕਿਤਾਬਾਂ ਨੇ, ਕਿਤਾਬਾਂ ਦੀਆਂ ਪ੍ਰਦਰਸ਼ਨੀਆਂ ਨੇ, ਉਹਨਾਂ ਦੇ ਵਿੱਚ ਜਾਣਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਕਿਤਾਬਾਂ ਨੂੰ ਵੀ ਅਸੀਂ ਇਹ ਸਮਝੀਏ ਵੀ ਇਹ ਵੀ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਨੂੰ ਅਸੀਂ ਵਰਤ ਰਹੇ ਹਾਂ ਜੀ ਜੀ ਜੀ, ਤੇ ਇਹਨਾਂ ਨੂੰ ਵੀ ਅਸੀਂ ਜੇ ਕੰਜ਼ੰਪਸ਼ਨ ਦੇ ਐਂਗਲ ਤੋਂ ਹੀ ਦੇਖ ਲਈਏ ਜੀ, ਮਤਲਬ ਇਹ ਵੀ ਸਾਡੇ ਲਈ ਜ਼ਰੂਰੀ ਨੇ, ਫਿਰ ਪ੍ਰਦਰਸ਼ਨੀਆਂ ਜਿਹੜੀਆਂ ਨੇ ਉਹਨਾਂ ਨੂੰ ਜ਼ਿਆਦਾ ਮੀਨਿੰਗਫੁਲ ਉਹ ਬਣ ਜਾਂਦੀਆਂ ਨੇ ਜੀ। ਪਰ ਕਿਉਂਕਿ ਜਿਹੜੇ ਪੱਬ ਨੇ ਜਾਂ ਪਾਰਟੀਆਂ ਨੇ ਉਹਨਾਂ ਦੇ ਵਿੱਚ ਗਲੈਮਰ ਹੁੰਦਾ ਤੇ ਪ੍ਰਦਰਸ਼ਨੀਆਂ ਜਿਹੜੀਆਂ ਨੇ ਉਹ ਗਲੈਮਰ ਨਾਲ ਨਹੀਂ ਜੁੜ ਸਕਦੀਆਂ, ਤੇ ਮੈਨੂੰ ਇਹ ਲੱਗਦਾ ਵੀ ਇੱਕ ਆਲਟਰਨੇਟਿਵ ਵੀ ਹੋ ਸਕਦਾ ਵੀ ਜਿਹੜੇ ਪੱਬ ਨੇ ਜਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਥਾਵਾਂ ਨੇ ਜਿੱਥੇ ਪਾਰਟੀਆਂ ਨੇ, ਉੱਥੇ ਵੀ ਅਗਰ ਕੋਈ ਬੁੱਕ ਪ੍ਰਦਰਸ਼ਨੀ ਵੀ ਨਾਲ ਲਗਾਤੀ ਜਾਵੇ ਤੇ ਫਿਰ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਜਾਏਗੀ। ਅਸੀਂ ਐਂਟਰਟੇਨਮੈਂਟ ਦੇ ਨਾਲ ਇਹ ਕਿਤਾਬਾਂ ਦੇ ਨਾਲ ਵੀ ਜੁੜ ਜਾਾਂਗੇ। ਤੁਸੀਂ ਸਟੂਡੀਓ ਦੇ ਵਿੱਚ ਆਏ, ਕਿਤਾਬਾਂ ਦੀ ਮਹਾਨਤਾ ਦੇ ਉੱਤੇ ਅਸੀਂ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮਿਹਰਬਾਨੀ ਤੁਹਾਡੀ ਬਹੁਤ ਬਹੁਤ।